कि महाराष्ट्र की जी राजनीति आ ਹੁਣ तक देखिए ਜਦੋਂ ਦੀ ਇਹ ਨਵੀਂ ਜਿਹੜੀ ਉਹਨਾਂ ਦੀ ਅਸੈਂਬਲੀ ਇਲੈਕਸ਼ਨਸ ਹੋਈਆਂ ਨੇ ਉਸ ਤੋਂ ਬਾਅਦ ਕਿੰਨੀ ਫੇਰ ਬਦਲ ਆਈ ਹੈ। ਕਦੇ ਕੋਈ 80 ਘੰਟੇ ਲਈ ਚੀਫ ਮਿਨਿਸਟਰ ਬਣਦਾ, ਕੋਈ ਸੀਐਮ, ਕੋਈ ਡਿਪਟੀ ਸੀਐਮ ਬਣਦਾ। ਤੁਸੀਂ ਮਾਰਕੀਟ 'ਚ ਬੈਠੇ ਜਿਵੇਂ ਮੱਛੀ ਵੇਚਣ ਵਾਲੇ ਬੈਠੇ ਆ, ਉਹ ਮੱਛੀਆਂ ਵੇਚੀ ਜਾਂਦੇ ਆ। ਇਹ ਮਾਰਕੀਟ 'ਚ ਬੈਠੇ ਆ ਆਪਣੇ ਆਪ ਨੂੰ ਆਪਣੀ ਜਿਹੜੀ ਸੱਤਾ ਆ ਉਹਨੂੰ ਵੇਚੀ ਜਾਂਦੇ ਆ। ਜਿਸ ਤਰੀਕੇ ਨਾਲ ਲੋਕ ਨੌਕਰੀਆਂ ਬਦਲਦੇ ਆ ਪ੍ਰਾਈਵੇਟ ਸੈਕਟਰ 'ਚ, ਜਿਹਨੂੰ ਵੀ 5000 ਰੁਪਈਆ ਵੱਧ ਮਿਲਦਾ ਛਾਲ ਮਾਰ ਕੇ ਅਗਲੇ ਦਿਨ ਉੱਥੇ ਚਲੇ ਜਾਂਦਾ। ਉੱਥੋਂ ਜੇ ਹੋਰ ਕਿਤੇ ਗਾਂਹ ਮਿਲ ਗਿਆ ਤੇ ਉੱਥੋਂ ਜੇ ਕੱਢ ਦਿੱਤਾ ਤਾਂ ਫਿਰ ਥੱਲੇ ਡਿੱਗ ਪੈਂਦਾ। ਇਹ ਕੰਮ ਸਾਰਾ ਰਾਜਨੀਤੀ 'ਚ ਬਿਲਕੁਲ ਮਾਰਕੀਟ ਪਲੇਸ ਤੇ ਹੋ ਰਿਹਾ। ਇਹਨਾਂ ਤੇ ਈਡੀ ਦਾ ਸਕੰਜਾ ਕੱਸਿਆ ਗਿਆ। ਇਹਨਾਂ ਨੂੰ ਕਿਹਾ ਵੀ ਦੇਖ ਲਓ, ਜਾਂ ਤੇ ਜੇਲ੍ਹ ਆ ਜਾਂ ਮਿਨਿਸਟਰੀ ਆ। ਹੁਣ ਤੁਸੀਂ ਦੱਸੋ, ਤੁਹਾਡੇ ਸਾਹਮਣੇ ਕੋਈ ਕਵੇ ਜਾਂ ਤੇ ਗੁਲਾਬ ਜਾਮਨ ਖਾ ਲਾ ਜਾਂ ਇੱਕ ਥੱਪੜ ਖਾ ਲਾ। ਜੇ ਕੋਈ ਇੰਜ ਕਵੇ ਤੁਸੀਂ ਇੱਕ ਵਾਰੀ ਤਾਂ ਸੋਚੋਗੇ ਵੀ ਇੱਕ ਤੇ ਇੱਜ਼ਤ ਮਾਨ ਹੈ, ਗੱਲ ਤੇ ਠੀਕ ਹੈ। ਅਸਲੀ ਮੂਲ ਮੁੱਦੇ ਆ, ਜਿਹੜੇ ਮੂਲ ਚੀਜ਼ਾਂ ਆ ਪੰਜਾਬ ਦੀਆਂ, ਉਸ ਤੋਂ ਧਿਆਨ ਹਟਾ ਕੇ ਤੁਸੀਂ ਦੂਜੇ ਪਾਸੇ ਰਾਜਨੀਤੀ ਕਰੀ ਜਾਓਗੇ। ਕਦੀ 55 ਲੱਖ ਕਿਹਦੇ ਕੋਲ ਲੈਣਾ, ਅੰਸਾਰੀ ਵਾਲਾ ਕਿੱਧਰ ਕਰਨਾ, ਉਹ ਕਰਨਾ। ਇਹ ਗੱਲਾਂ ਤੋਂ ਬੰਦ ਕਰੋ। ਸਤਿ ਸ਼੍ਰੀ ਅਕਾਲ ਜੀ, मैं गुरदीप, ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ ਤੇ ਅੱਜ ਅਸੀਂ ਫੇਰ ਹਾਜ਼ਰ ਹਾਂ ਨਵੇਂ ਪ੍ਰੋਗਰਾਮ ਭਖ ਦੇ ਮਸਲੇ ਲੈ ਕੇ। ਤੇ ਸਾਡੇ ਨਾਲ ਚਰਚਾ ਲਈ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਦੇਖਿਆ ਕਿ ਪਿਛਲੇ ਦਿਨਾਂ ਤੋਂ ਆਪਾਂ ਦੇਖਿਆ ਕਿ ਮਹਾਰਾਸ਼ਟਰ ਦੀ ਜਿਹੜੀ ਰਾਜਨੀਤੀ ਆ ਹੁਣ ਤੱਕ ਦੇਖੀਏ ਜਦੋਂ ਦੀ ਇਹ ਨਵੀਂ ਜਿਹੜੀ ਉਹਨਾਂ ਦੀ ਅਸੈਂਬਲੀ ਇਲੈਕਸ਼ਨਸ ਹੋਈਆਂ ਨੇ ਉਸ ਤੋਂ ਬਾਅਦ ਕਿੰਨੀ ਫੇਰ ਬਦਲ ਆਈ ਹੈ। ਕਦੇ ਕੋਈ 80 ਘੰਟੇ ਲਈ ਚੀਫ ਮਿਨਿਸਟਰ ਬਣਦਾ, ਕੋਈ ਸੀਐਮ, ਕੋਈ ਡਿਪਟੀ ਸੀਐਮ ਬਣਦਾ। ਤੇ ਪਿਛਲੇ ਦਿਨਾਂ ਤੋਂ ਆਪਾਂ ਦੇਖਿਆ ਕਿ ਜਦੋਂ ਮੋਦੀ ਸਾਹਿਬ ਕਹਿ ਰਹੇ ਸੀ ਕਿ ਜੋ ਵੀ ਕੋਈ ਘੁਟਾਲਾ ਕਰੇਗਾ ਉਸ ਨੂੰ ਅਸੀਂ ਅੰਦਰ ਡੱਕਾਂਗੇ। अगर मैं एनसीपी की बात करूं तो एनसीपी पर भी करीब 70,000 करोड़ रुपए के घोटालों का आरोप है। महाराष्ट्र स्टेट कोऑपरेटिव बैंक घोटाला, महाराष्ट्र सिंचाई घोटाला, अवैध खनन घोटाला, इनकी लिस्ट भी बहुत लंबी है। इन पार्टियों के घोटालों का मीटर कभी डाउन ही नहीं होता। ਤੇ ਉਹੀ ਘੁਟਾਲਾ ਕਰਨ ਵਾਲਾ ਤੇ ਉਹਨਾਂ ਨੇ ਐਨਸੀਪੀ ਦੇ ਉੱਤੇ ਦੋਸ਼ ਲਾਏ ਸੀ ਘੁਟਾਲੇ ਦੇ। ਕਰੋੜਾਂ ਰੁਪਈਆ ਦਾ ਘੁਟਾਲਾ ਉਹਨੇ ਦੱਸਿਆ ਸੀ ਤੇ ਉਹ ਤੋਂ ਥੋੜੇ ਦਿਨਾਂ ਬਾਅਦ ਹੀ 2-3 ਦਿਨਾਂ ਬਾਅਦ ਉੱਥੇ ਐਨਸੀਪੀ ਦੀ ਸਪੋਰਟ ਦੇ ਨਾਲ ਦੁਬਾਰਾ ਸਰਕਾਰ ਦੇ ਵਿੱਚ ਉਹਨਾਂ ਦੇ ਐਮਐਲਏ ਨੇ ਸਪੋਰਟ ਕੀਤੀ ਤੇ ਡਿਪਟੀ ਸੀਐਮ ਵੀ ਐਨਸੀਪੀ ਦਾ ਅਜੀਤ ਪਵਾਰ ਬਣਿਆ। ਤੇ ਉਹਦੇ ਪਿੱਛੇ ਰਾਜਨੀਤੀ ਕੀ ਸੀ ਪ੍ਰੋਫੈਸਰ? ਨਹੀਂ ਦੇਖੋ ਗੁਰਦੀਪ ਜੀ, ਬੜੀ ਹੈਰਾਨੀ ਦੀ ਗੱਲ ਆ ਵੀ ਸਰਕਾਰ ਚੰਗੀ ਭਲੀ ਚੱਲ ਰਹੀ ਆ। ਬੰਦਿਆਂ ਨੂੰ ਇਹਨਾਂ ਦੀ ਹੋਰ ਬੰਦਿਆਂ ਦੀ ਲੋੜ ਨਹੀਂ ਸਰਕਾਰ ਚਲਾਉਣ ਲਈ ਜੀ। ਇਹ ਚੌਥੀ ਵਾਰੀ ਸਹੁੰ ਚੁੱਕ ਸਮਾਗਮ ਹੋਇਆ, ਜਾਣੀ ਹਰ ਸਾਲ ਇੱਕ ਵਾਰੀ ਸਹੁੰ ਚੁੱਕ ਸਮਾਗਮ ਹੁੰਦਾ ਜੀ। ਤੇ ਇਹ ਜਿਹੜਾ ਅਜੀਤ ਪਵਾਰ ਹੈ, ਇਹ ਸ਼ਰਦ ਪਵਾਰ ਉਹਨਾਂ ਦੇ ਜੀ ਇਹ ਭਤੀਜਾ ਲੱਗਦਾ ਜਾਂ ਬਿਲਕੁਲ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਆ। ਮਤਲਬ ਬੇਟੇ ਦੀ ਥਾਂ ਹੀ ਸਮਝੋ, ਭਤੀਜਾ ਵੀ ਬੇਟਾ ਹੀ ਹੁੰਦਾ। ਉਹ ਉਸ ਤੋਂ ਹੈ ਤੇ ਅੰਕਲ ਕਹਿੰਦੇ ਆ ਨਾ ਉਹਨਾਂ ਨੂੰ, ਸ਼ਰਦ ਪਵਾਰ ਹੋਣਾ ਨੂੰ। ਇਸ ਲਈ ਮੈਨੂੰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਬੰਦਿਆਂ ਦੀ ਪਤਾ ਨਹੀਂ ਇੰਨੀ ਜਾਣੀ ਥਿਕ ਸਕਿੰਡ ਕਹਿ ਲਓ। ਇੱਕ ਟਿਪੀਕਲ ਕੇਸ ਆ ਇਹ ਦਰਸਾਉਂਦਾ ਕਿ ਦੇਸ਼ ਦੇ ਅੰਦਰ ਇਸ ਵੇਲੇ ਰਾਜਨੀਤੀ ਦਾ ਅਸਲੀ ਖਾਸਾ ਕੀ ਹੈ ਜੀ। ਤੁਸੀਂ ਮਾਰਕੀਟ 'ਚ ਬੈਠੇ ਜਿਵੇਂ ਮੱਛੀ ਵੇਚਣ ਵਾਲੇ ਬੈਠੇ ਆ, ਉਹ ਮੱਛੀਆਂ ਵੇਚੀ ਜਾਂਦੇ ਆ। ਇਹ ਮਾਰਕੀਟ 'ਚ ਬੈਠੇ ਆ ਆਪਣੇ ਆਪ ਨੂੰ ਆਪਣੀ ਜਿਹੜੀ ਸੱਤਾ ਆ ਉਹਨੂੰ ਵੇਚੀ ਜਾਂਦੇ ਆ। ਖੁੱਲ੍ਹੇਆਮ ਜਿਹੜੀ ਖਰੀਦ ਹੋ ਰਹੀ ਹੈ, ਖਰੀਦੋ ਫਰੋਖਤ ਹੋ ਰਹੀ ਹੈ ਸ਼ਰੇਆਮ। ਔਰ ਦੁਨੀਆ ਦੇ ਵਿੱਚ ਇਸ ਕਿਸਮ ਦਾ ਕੋਈ ਬਹੁਤੀ ਪਰਸਨਾ ਵੀ ਨਹੀਂ। ਲੋਕ ਕਹਿੰਦੇ ਵੀ ਜਿਵੇਂ ਨਵੀਂ ਤੁਹਾਡੇ ਵਾਲੀ ਜਿਹੜੀ ਪੀੜ੍ਹੀ ਆ ਗੁਰਦੀਪ, ਉਹਨਾਂ ਨੂੰ ਤਾਂ ਇੰਝ ਲੱਗਦਾ ਵੀ ਰਾਜਨੀਤੀ ਤੇ ਇੰਝ ਹੀ ਸੀ। ਇਹਦੇ 'ਚ ਕਿਹੜੀ ਗੱਲ ਆ? ਕੋਈ ਬੀਜੇਪੀ 'ਚ ਚਲਾ ਗਿਆ, ਬੀਜੇਪੀ ਵਾਲਾ ਸ਼ਿਵ ਸੈਨਾ 'ਚ ਆ ਗਿਆ, ਸ਼ਿਵ ਸੈਨਾ ਵਾਲਾ ਗਾਂ ਕਿਤੇ ਭਾਵੇਂ ਅਕਾਲੀ ਦਲ 'ਚ ਆ ਜੇ। ਕਿਸੇ ਨੂੰ ਲੋਕ ਲੱਗਦਾ ਕਿ ਇਹਦੇ ਭੱਜ ਦੌੜ ਇੱਧਰ ਉੱਧਰ। ਜਿਸ ਤਰੀਕੇ ਨਾਲ ਲੋਕ ਨੌਕਰੀਆਂ ਬਦਲਦੇ ਆ ਪ੍ਰਾਈਵੇਟ ਸੈਕਟਰ 'ਚ, ਜਿਹਨੂੰ ਵੀ 5000 ਰੁਪਈਆ ਵੱਧ ਮਿਲਦਾ ਛਾਲ ਮਾਰ ਕੇ ਅਗਲੇ ਦਿਨ ਉੱਥੇ ਚਲੇ ਜਾਂਦਾ। ਉੱਥੋਂ ਜੇ ਹੋਰ ਕਿਤੇ ਗਾਂਹ ਮਿਲ ਗਿਆ ਤੇ ਉੱਥੋਂ ਜੇ ਕੱਢ ਦਿੱਤਾ ਤਾਂ ਫਿਰ ਥੱਲੇ ਡਿੱਗ ਪੈਂਦਾ। ਇਹ ਕੰਮ ਸਾਰਾ ਰਾਜਨੀਤੀ 'ਚ ਬਿਲਕੁਲ ਮਾਰਕੀਟ ਪਲੇਸ ਤੇ ਹੋ ਰਿਹਾ। ਮਹਾਰਾਸ਼ਟਰ ਦਾ ਜਿਹੜਾ ਤੁਸੀਂ ਕੇਸ ਛੇੜਿਆ, ਇਹ ਦੇਸ਼ ਦੀ ਰਾਜਨੀਤੀ ਲਈ ਇੱਕ ਸ਼ੀਸ਼ਾ ਆ ਕਿ ਭਾਈ ਅਸੀਂ ਇਹਨਾਂ ਹਾਲਾਤਾਂ 'ਚ ਕੰਮ ਕਰ ਰਹੇ ਹਾਂ। ਜੇ ਤੁਸੀਂ ਸੱਤਾ 'ਚ ਆਉਣਾ ਜਾਂ ਸੱਤਾ 'ਚ ਤੁਸੀਂ ਰਹਿਣਾ ਤਾਂ ਫਿਰ ਇੱਕੋ ਇੱਕ ਹੈ ਕਿ ਥੈਲੀਆਂ ਤੁਹਾਡੀਆਂ ਕਿੱਡੀਆਂ ਵੱਡੀਆਂ, ਤੁਹਾਡੇ ਕੋਲ ਪੈਸੇ ਕਿੰਨੇ ਜ਼ਿਆਦਾ ਹੈਗੇ ਆ,
ਉਸ ਬਲਬੂਤੇ ਹੀ ਤੁਸੀਂ ਦੇਸ਼ ਦੇ ਅੰਦਰ ਆਪਣੀ ਰਾਜਨੀਤੀ ਕਰ ਸਕਦੇ ਆ ਜਾਂ ਸੱਤਾ ਦੇ ਵਿੱਚ ਆ ਸਕਦੇ। ਇਹ ਸਾਫ਼ ਦਿਖਦਾ। ਇਹ ਬੀਜੇਪੀ ਨੇ ਪਹਿਲੀ ਵਾਰੀ ਨਹੀਂ ਕੀਤਾ। ਇਹ ਤਾਂ ਸਭ ਤੋਂ ਵੱਡੀ ਦੇਸ਼ ਭਗਤ ਪਾਰਟੀ ਹੈ, ਸਭ ਤੋਂ ਵੱਡੀ ਦੇਸ਼ ਦੇ ਨਾਲ ਇਹਨਾਂ ਦਾ ਸਨੇਹ ਤੇ ਇੱਕ ਮਾਰਗਦਰਸ਼ਕ ਆ ਆਉਣ ਵਾਲੀਆਂ ਪੀੜ੍ਹੀਆਂ ਲਈ ਕਿ ਦੇਸ਼ ਦੇ ਵਿੱਚ ਰਾਜਨੀਤੀ ਕਿਹੋ ਜਿਹੀ ਹੋਣੀ ਚਾਹੀਦੀ। ਤੇ ਕੀ ਮਾਰਗਦਰਸ਼ਨ ਦੇ ਰਹੇ ਆ, ਕੀ ਇਹ ਲੋਕਾਂ ਨੂੰ ਡਾਇਰੈਕਸ਼ਨ ਦੇ ਰਹੇ ਆ, ਉਹ ਇਹ ਹੈ ਕਿ ਜੇ ਗੋਆ ਦੇ ਵਿੱਚ ਮੈਜੋਰਿਟੀ ਕਾਂਗਰਸ ਦੀ ਆਈ ਤੇ ਫਟਾਫਟ ਰਾਤੋਂ ਰਾਤ ਕਰਕੇ ਗੰਢ ਤੁੱਪ ਕਰਕੇ ਤੇ ਸਹੁੰ ਚੁੱਕ ਕੇ ਤੇ ਚੀਫ ਮਿਨਿਸਟਰ ਆਪਣਾ ਬਣਾ ਗਏ। ਇਹੀ ਗੱਲ ਤ੍ਰਿਪੁਰਾ 'ਚ ਹੋਈ, ਇਹੋ ਕਿੰਨੀਆਂ ਸੂਬਿਆਂ 'ਚ ਹੋਰ ਗੱਲ ਇਹ ਹੋਈ। ਤੇ ਇੱਥੇ ਬਾਰੇ ਵੀ ਪਹਿਲਾਂ ਇਹੋ ਅਜੀਤ ਪਵਾਰ ਦੂਜੇ ਪਾਸੇ ਸੀਗੇ, ਇਹ ਤੀਜੀ ਵਾਰੀ ਡਿਪਟੀ ਚੀਫ ਮਿਨਿਸਟਰ ਬਣ ਗਿਆ 2019 ਤੋਂ ਬਾਅਦ। ਉਹ ਫਿਰ ਛੱਡਣਾ ਪਿਆ, ਫਿਰ ਵਾਪਸ ਅੱਜ ਵੀ ਉਹਨਾਂ ਦੇ ਐਨਸੀਪੀ ਵਾਲਿਆਂ ਨੇ ਕਿਹਾ ਕਿ ਅਸੀਂ ਕੰਪਲੇਂਟ ਕੀਤੀ ਉਹਦੀ। ਦੋ ਪਾਰਟੀਆਂ ਦਾ ਬੀਜੇਪੀ ਨੇ ਵੱਡੀਆਂ ਨਾਮੀ ਖਾਮੀ ਪਾਰਟੀਆਂ ਦਾ ਮਹਾਰਾਸ਼ਟਰ ਦੇ ਵਿੱਚ ਵਡਿੰਗਾ ਕਰਕੇ ਲਹੂ ਲਹਾਨ ਕਰ ਦਿੱਤਾ। ਮੈਂ ਤੇ ਇਹਦੇ ਨਾਲੋਂ ਹੋਰ ਸਖਤ ਸ਼ਬਦ ਤੇ ਮੂਵਿੰਗ ਸ਼ਬਦ ਬੋਲ ਨਹੀਂ ਸਕਦਾ। ਮੈਂ ਕਿਵੇਂ ਕਹਿ ਰਿਹਾ, ਲੋਕੀ ਵੀ ਇਹ ਕਹਿ ਰਹੇ ਆ ਪ੍ਰੋਫੈਸਰ ਸਾਹਿਬ ਕਿ ਜੇ ਕੋਈ ਇੱਕ ਤਾਂ ਇਹ ਹੈ ਵੀ ਉਹਨਾਂ ਤੇ ਈਡੀ ਦਾ ਜਿਹੜਾ ਛਾਪਾ ਪਿਆ ਸੀ, ਈਡੀ ਦੇ ਛਾਪੇ ਤੋਂ ਬਾਅਦ ਹੁਣ ਉਹ ਦੁੱਧ ਧੋਤੇ ਹੋ ਗਏ ਨੇ। ਦੂਜੀ ਗੱਲ ਕਹਿੰਦੇ ਨੇ ਅਸੀਂ ਬੀਜੇਪੀ ਤੋਂ ਅੱਕ ਕੇ ਕਿਸੇ ਹੋਰ ਨੂੰ ਵੋਟ ਪਾਉਣੀ ਆ, ਉਹ ਫਿਰ ਬੀਜੇਪੀ ਕੋਲ ਚਲੇ ਜਾਂਦੇ ਨੇ। ਇਹ ਤੇ ਹੋਊਗਾ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਆ, ਇਹ ਤਾਂ ਹੋਊਗਾ ਕਿ ਜਦੋਂ 2024 ਦੀਆਂ ਅਗਲੇ ਸਾਲ ਵੋਟਾਂ ਪੈਣੀਆਂ, ਜੋ ਤੁਸੀਂ ਕਹਿ ਰਹੇ ਵੀ ਲੋਕ ਇੰਜ ਕਹਿੰਦੇ ਆ, ਫਿਰ ਦੇਖਾਂਗੇ ਲੋਕ ਕੀ ਕਹਿੰਦੇ ਆ ਜੀ। ਉਹ ਤੇ ਸ਼ਰਦ ਪਵਾਰ ਨੇ ਵੀ ਕਹਿ ਦਿੱਤਾ ਆ, ਭਾਈ ਮੇਰੀ ਗੱਡੀ 'ਚ ਤੇਲ ਪਵਾ ਦਿਓ ਤੇ ਮੇਰਾ ਰੋਟੀ ਪਾਣੀ ਤੇ ਬਿਸਤਰਾ ਗੱਡੀ 'ਚ ਰੱਖ ਦਿਓ। ਮੈਂ ਤੇ ਜਿਸ ਤਰੀਕੇ ਨਾਲ ਰਾਹੁਲ ਗਾਂਧੀ 6 ਮਹੀਨੇ ਲਾ ਕੇ ਸਾਰੇ ਦੇਸ਼ ਦੇ ਵਿੱਚ ਘੁੰਮਿਆ, ਉਸੇ ਤਰੀਕੇ ਨਾਲ ਮੈਂ ਘੱਟੋ ਘੱਟ ਦੇਸ਼ 'ਚ ਵੀ ਜਾਊਂਗਾ ਤੇ ਮਹਾਰਾਸ਼ਟਰ ਦੇ ਇਕੱਲੇ ਇਕੱਲੇ ਬੰਦੇ ਤੱਕ ਮੇਰੀ ਗੱਡੀ ਤੇ ਮੈਨੂੰ ਲੈ ਜਾਓ। ਬਜ਼ੁਰਗ ਆ, ਸਿਹਤ ਠੀਕ ਨਹੀਂ ਹੈ, ਸਾਰਾ ਕੁਝ ਅਣਖ ਤੇ ਹੈ। ਹੋਇਆ ਇੰਜ ਆਏ ਕਿ ਪਿਛਲੇ ਸਮੇਂ ਦੇ ਵਿੱਚ ਇਹਦੇ ਬਾਰੇ ਇਹ ਜਿਹੜੀਆਂ ਪੰਜਾਬੀ 'ਚ ਕਹਿੰਦੇ ਲਿਚ ਗੜੀਚੀਆਂ, ਰਾਜਨੀਤਿਕ ਲਿਚ ਗੜੀਚੀਆਂ ਦਾ ਤੇ ਪਤਾ ਲੱਗੇ ਹੀ ਰਿਹਾ ਸੀ। ਸ਼ਰਦ ਪਵਾਰ ਨੂੰ ਵੀ ਪਤਾ ਸੀ ਵੀ ਇਹ ਕਿਸੇ ਵੇਲੇ ਵੀ ਆਪਣਾ ਢਿੱਡ ਫੋੜੀ ਲੈ ਕੇ ਉੱਧਰ ਬੈਠ ਸਕਦਾ। ਇਸੇ ਕਰਕੇ ਜਦੋਂ ਉਹਨੇ ਪਹਿਲਾਂ ਸ਼ਰਦ ਪਵਾਰ ਨੇ ਆਪਣਾ ਕਿਹਾ ਵੀ ਮੈਂ ਹੁਣ ਬਹੁਤ ਥੱਕ ਗਿਆ, ਮੇਰੇ ਨਾਂ ਤੇ ਪਾਰਟੀ ਚੱਲਦੀ, ਮੈਂ ਪਾਰਟੀ ਬਣਾਈ ਐਨਸੀਪੀ ਹੈ, ਨੈਸ਼ਨਲਿਸਟ ਕਾਂਗਰਸ ਪਾਰਟੀ, ਪਰ ਹੁਣ ਮੈਂ ਚਾਹੁੰਦਾ ਕਿ ਮੈਨੂੰ ਤੁਸੀਂ ਰਿਟਾਇਰਮੈਂਟ ਦੇ ਦਿਓ, ਪ੍ਰਧਾਨ ਕਿਸੇ ਹੋਰ ਨੂੰ ਬਣਾਓ। ਸਾਰੇ ਆ ਗਏ, ਨਾ ਜੀ ਪ੍ਰਧਾਨ ਤੇ ਤੁਸੀਂ, ਤੁਹਾਡੇ ਤੋਂ ਬਗੈਰ ਕਿਸ ਤਰੀਕੇ ਨਾਲ ਅਸੀਂ ਤੇ ਤੁਹਾਡੀ ਹੀ ਜਿਸ ਤਰ੍ਹਾਂ ਇੱਥੇ ਪ੍ਰਕਾਸ਼ ਸਿੰਘ ਬਾਦਲ ਸੀ, ਉਹਨਾਂ ਦੇ ਜਿੰਦਾ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਸੀ ਕਿ ਤੁਸੀਂ ਹੁਣ ਹੈੱਡ ਨਾ ਹੋ ਜੀ। ਇਹੀ ਹਾਲਤ ਸ਼ਰਦ ਪਵਾਰ ਹੋਣਾ ਦੀ ਹੈ, ਸੀਨੀਅਰ ਤੇ ਐਸਟੈਬਲਿਸ਼ਡ ਲੀਡਰ ਆ। ਉੱਥੇ ਰੌਲਾ ਪੈ ਕੇ ਤੇ ਦਬਾਅ ਪਿਆ ਜਾਂ ਪਰਸੂਏਸ਼ਨ ਹੋਇਆ ਜਾਂ ਤੁਸੀਂ ਕਹੋਗੇ ਰਾਜਨੀਤੀ ਜਿਸ ਤਰੀਕੇ ਨਾਲ ਵੀ ਚੱਲਦੀ ਆ, ਕੁਝ ਵੀ ਹੋ ਸਕਦਾ, ਉਹਨੂੰ ਰੱਖ ਲਿਆ। ਉਹਨੇ ਆਪਣਾ ਰਿਜ਼ਾਈਨ ਵਾਪਸ ਲੈ ਲਿਆ। 2 ਵਰਕਿੰਗ ਪ੍ਰੈਜ਼ੀਡੈਂਟ ਬਣਾ ਲਏ, ਇੱਕ ਆਪਣੀ ਲੜਕੀ ਸੁਲੇ ਜੀ ਹਾਂ ਤੇ ਉਹਨੂੰ ਬਣਾਤਾ, ਤੇ ਇੱਕ ਹੋਰ ਜਿਹੜਾ ਉਹਨਾਂ ਦਾ ਬਹੁਤ ਵਧੀਆ ਵਰਕਰ ਹੈਗਾ ਪਟੇਲ, ਸ਼ਾਇਦ ਮੈਨੂੰ ਉਹਦਾ ਨਾਮ ਭੁੱਲ ਰਿਹਾ, ਉਹਨੂੰ ਵੀ ਵਰਕਿੰਗ ਪ੍ਰੈਜ਼ੀਡੈਂਟ ਬਣਾਤਾ। ਇਹਨੂੰ ਲੱਗਾ ਕਿ ਲੋਕਾਂ ਨੇ ਪੁੱਛਿਆ ਵੀ ਤੂੰ ਅਜੀਤ ਪਵਾਰ ਨੂੰ ਜਿਹੜਾ ਐਡਾ ਵੱਡੀ ਤੇਰੀ ਤੋਪ ਆ ਉਹਨੂੰ ਕਿਉਂ ਨਹੀਂ ਬਣਾਇਆ? ਕਹਿੰਦੇ ਜੀ ਉਹਨੂੰ ਵੀ ਬਣਾਇਆ ਹੋਇਆ, ਉਹਨੂੰ ਬਣਾਇਆ ਸੀ ਲੀਡਰ ਆਫ ਆਪੋਜੀਸ਼ਨ ਐਲਓਪੀ। ਉਹ ਲੀਡਰ ਆਫ ਆਪੋਜੀਸ਼ਨ ਤੇ ਕੀ ਬਣਿਆ? ਲੀਡਰ ਆਫ ਆਪੋਜੀਸ਼ਨ ਤਿੰਨਾਂ ਪਾਰਟੀਆਂ ਦਾ, ਕਾਂਗਰਸ ਜਿਹਨੂੰ ਮਹਾਗਾੜੀ ਕਹਿੰਦੇ ਆ ਹਾਂ, ਕਾਂਗਰਸ, ਐਨਸੀਪੀ ਤੇ ਸ਼ਿਵ ਸੈਨਾ ਜਿਹੜੀ ਉਧਵ ਠਾਕਰੇ ਵਾਲੀ, ਉਹ ਤਿੰਨਾਂ ਨੂੰ ਉਹਨਾਂ ਦਾ ਲੀਡਰ ਹੈ ਤੇ ਲੀਡਰ ਹੀ ਡਿਫੈਕਟ ਕਰਕੇ ਚੱਕ ਕੇ ਲੈ ਕੇ ਤੇ ਨਾਲ ਕਹਿੰਦੇ ਆ ਕਿ ਅਸੀਂ 36 ਬੰਦੇ ਲੈ ਗਏ। ਪਹਿਲਾਂ 40 ਦੀ ਖਬਰ ਆਈ ਸੀ ਤੇ 36 ਘੱਟੋ ਘੱਟ ਐਮਐਲਏਆਂ ਦੇ ਦਸਤਖਤ ਜ਼ਰੂਰ ਕਰਾਏ ਹੋਣਗੇ। 8 ਮੰਤਰੀ ਬਣ ਗਏ ਆ ਜੀ, ਉਹਨਾਂ ਦੇ ਨਾਮ ਵੀ ਆਏ ਆ ਸਾਰਿਆਂ ਦੇ ਜੀ। ਤੁਸੀਂ ਗੱਲ ਜਿਹੜੀ ਫਰਮਾਈ ਉਹ ਗੱਲ ਠੀਕ ਹੈ ਕਿ ਗਏ ਆ ਭੱਜ ਕੇ, ਜਿਸ ਤਰ੍ਹਾਂ ਕਾਂਗਰਸੀ ਸਾਡੇ ਜਾ ਬੜੇ ਵਿੱਚੇ ਕੈਪਟਨ ਅਮਰਿੰਦਰ ਸਿੰਘ, ਵਿੱਚੇ ਉਹ ਅਬੋਹਰ ਫਾਜ਼ਿਲਕਾ ਵਾਲਾ ਸੁਨੀਲ ਜਾਖੜ, ਮੈਨੂੰ ਤੇ ਵੇਰਖੇ ਦੀ ਨਹੀਂ ਸਮਝ ਆਈ, ਚੰਗਾ ਭਲਾ ਬੰਦਾ ਸੀ ਬਿਲਕੁਲ ਹੈ ਨਾ, ਉਹ ਵੀ ਚਲਾ ਗਿਆ ਉੱਥੇ। ਕਈ ਬੰਦੇ ਆ, ਬਲਬੀਰ ਚਲਾ ਗਿਆ ਇਹ ਤੇ ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ ਜੀ, ਉਹਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਉਹਦੀ ਫੇਰ ਵੀ ਇੱਥੇ ਵਿਜੀਲੈਂਸ ਨੇ ਇਨਕੁਆਇਰੀ ਖੋਲ੍ਹਤੀ ਆ। ਇਸ ਤਰੀਕੇ ਨਾਲ ਹੋਰ ਵੀ ਕਈ ਜਿਹੜੇ ਗਏ, ਉਹਨਾਂ ਸਾਰਿਆਂ ਨੂੰ ਸ਼ੈਲਟਰ ਨਹੀਂ ਮਿਲੀ, ਕਈਆਂ ਨੂੰ ਤੇ ਫਿਰ ਵੀ ਉਹ ਕੁਝ ਕਰਨਾ ਪਿਆ। ਇਸੇ ਤਰੀਕੇ ਦੇ ਨਾਲ ਇਹ ਚਰਚਾ ਚੱਲ ਰਹੀ ਹੈ ਕਿ ਉੱਥੇ ਇਹਨਾਂ ਤੇ ਈਡੀ ਦਾ ਸਕੰਜਾ ਕੱਸਿਆ ਗਿਆ। ਇਹਨਾਂ ਨੂੰ ਕਿਹਾ ਵੀ ਦੇਖ ਲਓ, ਜਾਂ ਤੇ ਜੇਲ੍ਹ ਆ ਜਾਂ ਮਿਨਿਸਟਰੀ ਆ, ਹੁਣ ਤੁਸੀਂ ਦੱਸੋ, ਤੁਹਾਡੇ ਸਾਹਮਣੇ ਕੋਈ ਕਵੇ ਜਾਂ ਤੇ ਗੁਲਾਬ ਜਾਮਨ ਖਾ ਲਾ ਜਾਂ ਇੱਕ ਥੱਪੜ ਖਾ ਲਾ। ਜੇ ਕੋਈ ਇੰਜ ਕਵੇ ਤੁਸੀਂ ਇੱਕ ਵਾਰੀ ਤਾਂ ਸੋਚੋਗੇ ਵੀ ਇੱਕ ਤੇ ਇੱਜ਼ਤ ਮਾਨ ਹੈ, ਗੱਲ ਤੇ ਠੀਕ ਹੈ,
ਹੈ ਇਹ ਰਾਜਨੀਤੀ ਲਈ ਕਿੱਦਾਂ ਦੇ ਜਿਹੜੇ ਅਸਾਰ ਨੇ, ਲੋਕ ਕੀ ਸੋਚਣਗੇ ਕਿੱਦਾਂ ਦੀ ਮੈਂ ਆ ਰਿਹਾ ਜੀ। ਇੱਕ ਕਿ ਬਹੁਤ ਵੱਡਾ ਮਾਮਲਾ ਹੈ, ਸਾਡੇ ਜਿਹੜੇ ਸਰੋਤੇ ਵੀਰ ਹੈ ਜਿਹੜੇ ਵੀ ਸਾਨੂੰ ਸੁਣਦੇ ਹੋਣਗੇ, ਇਹ ਸਮਝਣ ਵਾਲੀ ਗੱਲ ਹੈ ਕਿ ਰਾਜਨੀਤੀ ਪੁਰਾਣੇ ਤਰੀਕੇ ਦੀ ਰਹੀ ਨਹੀਂ। ਪਹਿਲਾਂ ਮੈਂ ਪਹਿਲੀ ਗੱਲ ਨੂੰ ਬਿਲਕੁਲ ਕਨਕਲੂਡ ਕਰ ਦਿਆਂ, ਇਹੀ ਬਾਲ ਠਾਕਰੇ ਦਾ ਕੀਤਾ, ਬਾਲ ਠਾਕਰੇ ਜਿਹੜੀ ਸ਼ਿਵ ਸੈਨਾ ਸੀ ਉਹਨਾਂ ਦਾ, ਤੇ ਉद्धਵ ਠਾਕਰੇ ਦੀ ਸ਼ਿੰਦੇ ਨੇ ਇਹੋ ਜਿਹਾ ਲੱਕ ਭੰਨਿਆ ਕਿ 2/3 ਬੰਦੇ ਲੈ ਕੇ ਉਧਰ ਚਲਾ ਗਿਆ, ਮੈਜੋਰਿਟੀ ਬੰਦੇ ਨਹੀਂ ਆ ਉਹਦੇ ਕੋਲ, ਤੇ ਮੈਜੋਰਿਟੀ ਬੰਦੇ ਲੈ ਕੇ ਇਹਦੇ ਨਾਲ ਬੀਜੇਪੀ ਨਾਲ ਸ਼ਾਮਲ ਹੋ ਗਿਆ ਜੀ। ਆਪ ਚੀਫ ਮਿਨਿਸਟਰ ਬਣਾਤਾ ਉਹਨੂੰ, ਜਿਹੜਾ ਉਹਨਾਂ ਦਾ ਆਪਣਾ ਖਾਸਮ ਬੰਦਾ ਆ ਬੀਜੇਪੀ ਦਾ, ਉਹਨੂੰ ਡਿਪਟੀ ਚੀਫ ਮਿਨਿਸਟਰ ਬਣਾਤਾ ਜੀ। ਠੀਕ ਹੈ, ਇੱਕ ਸ਼ਿਵ ਸੈਨਾ ਦਾ ਤੇ ਲੱਕ ਭੰਨ ਦਿੱਤਾ। ਬਿਲਕੁਲ ਜੀ। ਉਹਦਾ ਫਿਰ ਸਿੰਬਲ ਦਾ ਰੌਲਾ ਪੈ ਗਿਆ। ਸਿੰਬਲ ਦੇ ਰੌਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਸੋਚਣ ਸਾਚਣ ਤੋਂ ਬਾਅਦ ਜਿਹੜਾ ਸ਼ਿਵ ਸੈਨਾ ਦਾ ਇਲੈਕਸ਼ਨ ਸਿੰਬਲ ਆ ਉਹ ਦੇ ਦਿੱਤਾ ਸ਼ਿੰਦੇ ਨੂੰ, ਜਿਹੜਾ ਡਿਫੈਕਟ ਹੋ ਕੇ ਗਿਆ, ਤੇ ਇਹ ਹੁਣ ਕੁਝ ਆਪਣਾ ਨਵਾਂ ਡੌਰੂ ਵਜਾਉਣਗੇ, ਨਵਾਂ ਇਲੈਕਸ਼ਨ ਸਿੰਬਲ ਇਹਨਾਂ ਨੂੰ ਮਿਲੂਗਾ। ਇਹੀ ਗੱਲ ਦੇਖੋ, ਸ਼ਰਦ ਪਵਾਰ ਨੇ ਕਿਹਾ ਕਿ ਇਹ ਬੰਦੇ ਡਿਫੈਕਟ ਕਰਕੇ ਗਏ ਆ, ਅਸੀਂ ਇਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਵਾਂਗੇ। ਸਾਡਾ ਕਾਨੂੰਨ ਕੀ ਕਹਿੰਦਾ? ਸਾਡਾ ਕਾਨੂੰਨ ਇਹ ਕਹਿੰਦਾ ਆ ਕਿ ਜੇ ਪਹਿਲਾਂ ਇਹ ਸੀਗਾ ਕਿ ਜੇ 1/3 ਤੋਂ ਉੱਪਰ ਬੰਦੇ ਕੋਈ ਤੋੜ ਕੇ ਲੈ ਜਾਏ ਤਾਂ ਉਹ ਅਲੱਗ ਪਾਰਟੀ ਬਣਾ ਸਕਦੇ ਆ, ਠੀਕ ਹੈ। ਪਰ ਜੇ 2/3 ਤੋਂ ਉੱਪਰ ਤੋੜ ਕੇ ਲੈ ਜਾਏ ਬੰਦਾ, ਅੱਜ ਦਾ ਕਾਨੂੰਨ ਇਹ ਕਹਿੰਦਾ ਡਿਫੈਕਸ਼ਨ ਲਾਅ, ਐਂਟੀ ਡਿਫੈਕਸ਼ਨ ਲਾਅ ਹੈ, ਐਂਟੀ ਡਿਫੈਕਸ਼ਨ। ਜੇ 2/3 ਤੋਂ ਵੱਧ ਐਮਐਲਏ ਆ, ਜੇ ਉਹ ਕੋਈ ਤੋੜ ਕੇ ਨਾਲ ਲੈ ਜਾਏ ਆਪਣੇ, ਜਾਂ 2/3 ਲੈ ਜਾਏ, ਤਾਂ ਫਿਰ ਉਹ ਆਪਣੀ ਅਲੱਗ ਪਾਰਟੀ ਬਣਾ ਸਕਦਾ ਆ ਬਿਨਾਂ ਉਸ ਦੀ ਡਿਸਕੁਆਲੀਫਿਕੇਸ਼ਨ ਤੋਂ, ਇਲੈਕਸ਼ਨ ਦੀ ਡਿਸਕੁਆਲੀਫਿਕੇਸ਼ਨ। ਹੁਣ ਸਿੰਬਲ ਦਾ ਰੌਲਾ ਇੱਥੇ ਵੀ ਪਊਗਾ, ਕਿਉਂਕਿ 2/3 ਇਹ ਆ, ਜੇ ਉੱਧਰ ਉਹ ਮੈਜੋਰਿਟੀ ਆਪਣੇ ਵੱਲੋਂ, ਤਾਂ ਇਲੈਕਸ਼ਨ ਕਮਿਸ਼ਨ ਪਹਿਲਾਂ ਵਾਂਗੂ ਸ਼ਿਵ ਸੈਨਾ ਵਾਂਗੂ ਹੋ ਸਕਦਾ ਕਿ ਮੇਰਾ ਕਿ ਇਹਨਾਂ ਦਾ ਟਾਈਮ ਪੀਸ ਆ ਜੀ, ਐਨਸੀਪੀ ਦਾ ਜਿਹੜਾ ਚੋਣ ਨਿਸ਼ਾਨ ਆ, ਤੇ ਉਹ ਟਾਈਮ ਪੀਸ ਚੱਕ ਕੇ ਇਹ ਜਿਹੜਾ ਨਵਾਂ ਅਜੀਤ ਪਵਾਰ ਲੈ ਜਾਏ। ਇਹ ਹਾਲਤ ਆ ਦੇਸ਼ ਦੀ ਕਿ ਜਾਣੀ ਐਡੇ ਵੱਡੇ ਸੂਬੇ ਦੇ, ਸਭ ਤੋਂ ਆਰਥਿਕ ਤੌਰ ਤੇ ਅਹਿਮ ਸੂਬੇ ਦੇ ਅੱਧੇ ਦੋ ਪਾਰਟੀਆਂ ਦਾ ਵਡੰਗਾ ਕਰਕੇ ਰੱਖ ਦਿੱਤਾ, ਤੇ ਨਾਲ ਚੱਕ ਕੇ ਟਿੰਡ ਫੌੜੀ ਦੇ ਸਿੰਬਲ ਵੀ ਲੈ ਗਏ, ਤੇ ਜਿਹੜੇ ਪਿੱਛੇ ਪੇਰੈਂਟ ਆ ਉਹਨਾਂ ਦੇ, ਜਿਹੜੇ ਫਾਊਂਡਰ ਆ ਪਾਰਟੀਆਂ ਦੇ, ਉਹ ਜਾਣੀ ਅੱਖਾਂ ਅੱਡ ਕੇ ਦੇਖਦੇ ਹੀ ਰਹਿ ਗਏ ਕਿ ਆਓ ਗਏ ਤੇ ਆਓ ਗਏ ਤੇ ਆਓ ਗਏ। ਇਹ ਦੇਸ਼ ਲਈ ਬਹੁਤ, ਇੱਕ ਸਾਡੀ ਰਾਜਨੀਤੀ ਲਈ, ਸਾਡੀ ਡੈਮੋਕ੍ਰੇਸੀ ਲਈ, ਸਾਡੇ ਸੰਵਿਧਾਨ ਦੀ ਰੱਖਿਆ ਲਈ ਬਹੁਤ ਖਤਰਨਾਕ ਟ੍ਰੈਂਡ ਚੱਲ ਪਿਆ ਆ। ਜੇ ਇਸ ਨੂੰ ਚੈੱਕ ਨਹੀਂ ਕੀਤਾ ਤਾਂ ਫਿਰ ਚੋਣਾਂ ਸੱਚੀ ਮੁੱਚੀ ਵਿਅਰਥ ਹੋ ਜਾਣੀਆਂ। ਹੋ ਸਕਦਾ ਲੋਕ ਵੀ ਇਸ ਗੱਲ ਤੋਂ ਅੱਕ ਜਾਣ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਵੋਟ ਪਾਉਂਦੇ ਤੇ ਅਸੀਂ ਕਿਸੇ ਨੂੰ ਆ, ਬੰਦਾ ਜਾ ਕੇ ਬਹਿ ਕਿਸੇ ਹੋਰ ਹੀ ਕੁਰਸੀ ਤੇ ਜਾਂਦਾ, ਕਿ ਫਿਰ ਸਾਡੀ ਵੋਟ ਦਾ ਅਰਥ ਕੀ ਹੋਇਆ। ਤੇ ਲੋਕ ਇੱਕ ਗੱਲ ਤੇ ਇੱਕ ਸਟੇਜ ਤੇ ਬਾਅਦ ਇਹ ਸਮਝ ਸਕਦੇ ਆ, ਉਹਨਾਂ ਨੂੰ ਲੱਗਣ ਲੱਗ ਸਕਦਾ ਆ ਕਿ ਯਾਰ ਛੱਡੋ ਚੋਣਾਂ, ਜਿਹਨੇ ਆਉਣਾ ਆ ਜਾਓ, ਜਿਹਨੇ ਕਰਨਾ ਰਾਜ ਕਰੋ, ਸਾਨੂੰ ਰਾਜ ਚੰਗਾ ਮਿਲਣਾ ਚਾਹੀਦਾ। ਇਸੇ ਗੱਲ ਤੇ ਬੀਜੇਪੀ ਤੇ ਹੋਣ ਵਾਲੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਸਾਰੇ ਦੇਸ਼ ਦੇ ਲੋਕਾਂ ਦੀ, ਵੋਟਰਾਂ ਦੀ ਮਾਨਸਿਕਤਾ ਨੂੰ ਇਸ ਹੱਦ ਤੇ, ਇਸ ਜਗ੍ਹਾ ਤੇ ਪਹੁੰਚਾਉਣਾ ਚਾਹੁੰਦੇ ਜਿੱਥੇ ਸੱਚੀ ਮੁੱਚੀ ਲੋਕ ਆਪ ਮਹਾਰੇ ਹੀ ਕਹਿਣ ਲੱਗ ਜਾਣ ਵੀ ਚਲੋ ਬਣੇ ਰਹੋ ਪਰ ਸਾਡਾ ਧਿਆਨ ਰੱਖੋ। ਜੀ ਪ੍ਰੋਫੈਸਰ ਸਾਹਿਬ, ਮਹਾਰਾਸ਼ਟਰ ਦੇ ਹਾਲਾਤਾਂ ਤੋਂ ਬਾਅਦ ਆਪਾਂ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ, ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਉਸ ਤੋਂ ਬਾਅਦ ਜ਼ਿਆਦਾਤਰ ਲੋਕਾਂ ਦੇ ਵਿੱਚ ਗੈਂਗਸਟਰਾਂ ਬਾਰੇ ਬਹੁਤ ਖਬਰ ਆ ਰਹੀਆਂ ਨੇ, ਰੋਜ਼ ਅਖਬਾਰਾਂ ਦੇ ਵਿੱਚ ਦੇਖਿਆ ਗਿਆ, ਤੇ ਦੇਸ਼ ਲੈਵਲ ਤੇ ਵੀ ਆਪਾਂ ਦੇਖੀਏ ਤਾਂ ਕਾਫੀ ਚਰਚਾ 'ਚ ਰਹੇ ਨੇ। ਪਿਛਲੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰ ਨੇ, ਪੰਜਾਬ ਦੀਆਂ ਜੇਲ੍ਹਾਂ 'ਚ ਜਾਂ ਫਿਰ ਦਿੱਲੀ ਦੀਆਂ ਜੇਲ੍ਹਾਂ 'ਚ, ਕਿਉਂਕਿ ਪਿੱਛੇ ਜੇ ਇਹ ਹੋਇਆ ਸੀ ਕਿ ਦਿੱਲੀ ਦੇ ਵਿੱਚ ਵੀ ਇੱਕ ਗੈਂਗਸਟਰ ਦਾ ਜਿਹੜਾ ਕਤਲ ਹੋ ਗਿਆ ਸੀ, ਤੇ ਆਪਾਂ ਇੱਕ ਦੇਖਿਆ ਕਿ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਵੀ ਹੋਇਆ ਸੀ, ਤੇ NIA ਨੇ ਹੋਮ ਮਿਨਿਸਟਰੀ ਨੂੰ ਲੈਟਰ ਲਿਖਿਆ ਕਿ ਜਿਹੜੇ ਗੈਂਗਸਟਰ ਨੇ ਨਾਰਥ ਇੰਡੀਆ ਦੀ ਜੇਲ੍ਹਾਂ ਦੇ ਵਿੱਚ ਨੇ, ਇਹਨਾਂ ਨੂੰ ਅਸਾਮ ਦੇ ਵਿੱਚ ਭੇਜਿਆ ਜਾਵੇਗਾ। ਤੇ ਦੂਜੇ ਪਾਸੇ ਜਿਹੜੀ ਭਗਵੰਤ ਮਾਨ ਸਰਕਾਰ ਆ ਉਹ ਕਹਿ ਰਹੀ ਆ ਕਿ ਪਿਛਲੇ ਜਿਹੜੇ ਹੋਮ ਮਿਨਿਸਟਰ ਸੀ ਆਪਣੇ ਰੰਧਾਵਾ ਸਾਹਿਬ ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੇ ਗੈਂਗਸਟਰ ਜਿਹੜੇ ਅਨਸਾਰੀ ਸੀ ਉਹਨੂੰ ਬਚਾਉਣ ਦੇ ਲਈ ਕਾਫੀ ਪੈਸੇ ਖਰਚ ਕੀਤੇ ਨੇ। ਇਹਦੇ ਪਿੱਛੇ ਕੀ ਰਾਜਨੀਤੀ ਸੀ ਪ੍ਰੋਫੈਸਰ ਸਾਹਿਬ? ਨਹੀਂ ਦੇਖੋ, ਇੱਕ ਗੱਲ ਤੇ ਬੜੀ ਸਾਫ਼ ਆ ਕਿ ਪੰਜਾਬ ਦੀ ਗੈਂਗਸਟਰਾਂ ਹੱਥੋਂ ਕਾਫੀ ਲੁੱਟ ਖੋਹ ਹੋ ਰਹੀ ਹੈ, ਕਾਫੀ ਇੱਕ ਤੁਸੀਂ ਕਹਿ ਲਓ ਕਿ ਲਾਅ ਐਂਡ ਆਰਡਰ ਦੀ, ਕਾਨੂੰਨ ਵਿਵਸਥਾ ਦੇ ਉੱਤੇ ਵੀ ਕਾਫੀ ਇੱਕ ਦਿੱਕਤ ਆ ਰਹੀ, ਬਹੁਤ ਵੱਡੀ ਦਿੱਕਤ ਆ ਰਹੀ ਹੈ।
ਕਿਸੇ ਨੂੰ ਕੋਈ ਪਤਾ ਨਹੀਂ ਕਿ ਕੌਣ ਕਿਹਦਾ ਆ, ਕੋਈ ਵੀ ਧਮਕੀਆਂ ਦੇ ਦਿੰਦਾ, ਕੋਈ ਝੂਠੀਆਂ ਕੋਈ ਸੱਚੀਆਂ। ਜਿਵੇਂ 80ਵਿਆਂ ਦੇ ਵਿੱਚ ਸਿੱਖ ਖਾੜਕੂਆਂ ਦੇ ਨਾਂ ਤੇ ਕਈ ਉਂਝ ਹੀ ਲੁੱਟ ਕੇ ਲੈ ਜਾਂਦੇ ਸੀ, ਆਪਣਾ ਕੰਮ ਕਰ ਜਾਂਦੇ ਸੀ। ਇਸ ਲਈ ਮੈਨੂੰ ਇੰਝ ਲੱਗਦਾ ਕਿ ਜਿਹੜਾ ਗੁਰਦੀਪ ਇਹ ਜਿਸ ਅਵਸਥਾ ਦੇ ਵਿੱਚ ਜਿੰਨਾ ਕਰੂਸ਼ੀਅਲ ਹਾਲਤਾਂ ਵਿੱਚ ਇਸ ਵੇਲੇ ਰਾਜਨੀਤਿਕ ਤੌਰ ਤੇ, ਕਾਨੂੰਨਨ ਤੌਰ ਤੇ, ਸਿਹਤ ਪੱਖੋਂ, ਵਾਤਾਵਰਨ ਦੇ ਤੌਰ ਤੇ ਜਿਹੜੇ ਹਾਲਾਤਾਂ 'ਚ ਪੰਜਾਬ ਫਸਿਆ ਹੋਇਆ, ਉਹਨੂੰ ਕੱਢਣ ਲਈ ਪੋਲੀਟਿਕਸ ਦੀ ਪੋਲੀਟਿਕਿੰਗ ਕਰਨੀ ਹੈ, ਉਹਨੂੰ ਜਲਾ ਦਿਓ, ਉਹਦੇ ਤੇ ਕਰ ਦਿਓ, ਇਸ ਤਰ੍ਹਾਂ ਕਰ ਦਿਓ। ਟਾਈਮ ਪਾਸ ਕਰਨ ਨਾਲ ਨਹੀਂ ਹੋਣਾ। ਸਿਰ ਸੁੱਟ ਕੇ ਸਾਰਿਆਂ ਨੂੰ ਨਾਲ ਲੈ ਕੇ, ਜਿਹੜੇ ਮਿਹਨਤੀ ਲੋਕ ਹੈਗੇ ਆ, ਈਵਨ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਕੰਮ ਕਰਨ ਦੀ ਲੋੜ ਹੈ, ਜਿਹੜਾ ਕਿ ਮੈਨੂੰ ਹੁੰਦਾ ਦੇਖ ਨਹੀਂ ਰਿਹਾ। ਰਾਜਨੀਤੀ ਹੋ ਰਹੀ ਹੈ। ਜਿਹੜਾ ਇਹ ਬਿਆਨ ਆਇਆ ਉਹ ਤੇ NIA ਵੱਲੋਂ ਆਇਆ, ਜਿਹੜੀ ਸਾਡੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ, ਉਹਨਾਂ ਨੇ ਇਹ ਪਾਸ ਕੀਤਾ ਆ ਕਿ ਦੇਖੋ ਨਾਰਥ ਇੰਡੀਆ ਦੇ ਵਿੱਚ ਗੈਂਗਸਟਰਿਜ਼ਮ ਦਾ ਜਿਹੜਾ ਆਪਸ ਵਿੱਚ ਬਹੁਤ ਇੱਕ ਦੂਜੇ ਨਾਲ ਤਾਲਮੇਲ ਤੇ ਬੜੇ ਮਜ਼ਬੂਤ ਹੋ ਚੁੱਕੇ ਆ, ਜਿਹਦੇ ਵਿੱਚ ਨਸ਼ੇ ਹੋਰ ਇੱਧਰ ਉੱਧਰ ਦਾ ਕੰਮ ਵੀ, ਜਿਹਨੂੰ ਨਾਰਕੋ ਟੈਰਰਿਜ਼ਮ ਵੀ ਕਹਿੰਦੇ ਆ, ਉਸ ਕਿਸਮ ਦਾ ਤਾਲਮੇਲ ਵੀ ਉਹਦੇ 'ਚ ਪੈਦਾ ਹੋ ਚੁੱਕਾ। ਇਹਨਾਂ ਦਾ ਲੱਕ ਤੋੜਨ ਲਈ ਅਸੀਂ ਇਹਨਾਂ ਨੂੰ ਬਾਹਰ ਇਸ ਕਰਕੇ ਲਿਜਾਣਾ ਚਾਹੁੰਦੇ ਹਾਂ ਕਿ ਇੱਥੇ ਦੀਆਂ ਬੈਠੀਆਂ ਜੇਲ੍ਹਾਂ 'ਚ, ਭਾਵੇਂ ਉਹ ਤਿਹਾੜ ਜੇਲ੍ਹ ਦਿੱਲੀ ਆ ਜਾਂ ਪੰਜਾਬ ਆ ਜਾਂ ਹਰਿਆਣਾ ਆ, ਇਹਨਾਂ ਜੇਲ੍ਹਾਂ 'ਚ ਬੈਠ ਕੇ ਉਹ ਆਪਣਾ ਕੰਮ ਲਗਾਤਾਰ ਜਾਰੀ ਰੱਖਦੇ, ਸਗੋਂ ਬੜੀ ਸੇਫ ਗਰਾਊਂਡ ਤੋਂ ਰੱਖਦੇ ਤੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਅੰਦਰ ਪਹੁੰਚਦੀ ਆ, ਫੋਨ ਉਹਨਾਂ ਕੋਲ ਅੰਦਰ ਜਾਂਦੇ ਆ, ਸਾਰੀਆਂ ਚੀਜ਼ਾਂ ਜਾਂਦੀਆਂ, ਵੀਡੀਓ ਬਣਦੀਆਂ, ਬਰਥਡੇ ਦੇ ਕੇਕ ਕੱਟੇ ਜਾਂਦੇ। ਇੱਥੇ ਦੇ ਹਾਲਾਤ ਆ ਗੈਂਗਸਟਰ ਜਾਂ ਜਿਹੜੇ ਵੱਡੇ ਨਾਮੀ ਖਾਮੀ ਪ੍ਰਭਾਵਸ਼ਾਲੀ ਗੈਂਗਸਟਰ ਹੈ, ਉਹਨਾਂ ਨੂੰ ਕੋਈ ਅੰਦਰ ਬਾਹਰ ਦਾ ਥੋੜ੍ਹੀ, ਅੰਦਰ ਵੀ ਰਾਜਾ ਵਾਂਗੂ ਰਹਿ ਰਹੇ ਆ। ਇਸੇ ਕਰਕੇ ਉਹ ਆਪਣੀਆਂ ਕਿਉਂਕਿ ਕਾਰਵਾਈਆਂ ਅੰਦਰੋਂ ਲਗਾਤਾਰ ਕਰ ਰਹੇ ਆ, ਉਸ ਨੂੰ ਬੰਦ ਕਰਨ ਲਈ ਤੇ ਲੋਕਾਂ ਨਾਲ ਉਹਦਾ ਤਾਲਮੇਲ ਕੱਟਣ ਲਈ ਉਹਨਾਂ ਨੇ ਕਿਹਾ ਅਸੀਂ 100 ਦੀਆਂ ਜੇਲ੍ਹਾਂ 'ਚ ਵੀ ਭੇਜਾਂਗੇ, ਅਸੀਂ ਇਹਨਾਂ ਨੂੰ ਅੰਡੇਮਾਨ ਨਿਕੋਬਾਰ 'ਚ ਵੀ ਭੇਜਾਂਗੇ, ਅਸੀਂ ਇਹਨਾਂ ਨੂੰ ਅਸਾਮ 'ਚ ਦੂਰ ਦਰਾਡੇ ਜਗ੍ਹਾ ਜਿਸ ਤਰ੍ਹਾਂ ਡਿਬਰੂਗੜ੍ਹ 'ਚ ਇੱਥੋਂ ਪਹਿਲਾਂ ਕੁਝ ਹੋਰ ਸਿੱਖ ਬੰਦੀਆਂ ਨੂੰ ਵੀ ਉੱਥੇ ਭੇਜਿਆ, ਉੱਥੇ ਬੰਦ ਕੀਤਾ ਹੋਇਆ। ਇਹ ਕਰ ਇਸ ਕਰਕੇ ਰਹੇ, ਜਿਵੇਂ ਮੈਂ ਦੱਸਿਆ, ਤਾਂ ਕਿ ਇੱਕ ਜਿਹੜਾ ਨੈਕਸਸ ਬਣ ਚੁੱਕਾ ਬਾਹਰ, ਜਿੱਥੇ ਉਹ ਆਰਡਰ ਕਰਕੇ ਕੋਆਰਡੀਨੇਟ ਕਰਕੇ ਆਪਣੀਆਂ ਕਾਰਵਾਈਆਂ ਪਾ ਰਹੇ ਆ, ਉਹਦੇ ਤੋਂ ਦੂਰ ਹੋ ਜਾਣ। ਹੁਣ ਇੱਕ ਇਹਦੇ 'ਚ ਸਵਾਲ ਸੀ ਵੀ ਫਿਰ ਜਦੋਂ ਪੇਸ਼ੀ ਤੇ ਇੱਥੇ ਲਿਆਉਣਾ ਪਊ, ਕਿਉਂਕਿ ਕੇਸ ਇੱਥੇ ਚੱਲ ਰਹੇ ਆ, ਤੇ ਫਿਰ ਏਡੀ ਦੂਰੋਂ ਖਰਚਾ ਕੌਣ ਕਰੂ, ਕੀ ਉਹ ਬਾਰ-ਬਾਰ ਕਿਵੇਂ ਆਉਣਗੇ? ਤੇ ਉਹਨਾਂ ਨੇ ਉਸ ਗੱਲ ਦਾ ਵੀ ਹੱਲ ਇਹ ਦੱਸਿਆ ਕਿ ਦੇਖੋ ਉਹ ਉੱਥੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਪੇਸ਼ੀ ਕਰ ਲਿਆ ਕਰਨਗੇ। ਮੇਰਾ ਖਿਆਲ ਹੈ ਇਸ ਗੱਲ ਦਾ ਐਕਸਪੈਰੀਮੈਂਟ ਕਰਨ 'ਚ ਕੋਈ ਹਰਜ ਨਹੀਂ ਜੇ ਇਹ ਗੱਲ ਹੋਵੇ। ਪਰ ਸਵਾਲ ਇਹਦੇ ਨਾਲੋਂ ਵੀ ਵੱਡਾ, NIA ਦੇ ਸਵਾਲ ਨਾਲੋਂ ਵੀ ਵੱਡਾ ਸਵਾਲ ਇਹ ਹੈਗਾ ਕਿ ਗੈਂਗਸਟਰ ਬਣ ਕਿਉਂ ਰਹੇ ਆ, ਇਹ ਕੌਣ ਬੱਚੇ ਆ, ਕਿਉਂ ਇਹਨਾਂ 'ਚ ਸ਼ਾਮਲ ਹੋ ਰਹੇ, ਕਾਹਦੇ ਲਈ ਇਹ ਸ਼ਾਮਲ ਹੋ ਰਹੇ ਆ। ਜਦ ਤੱਕ ਅਸੀਂ ਉਹ ਨਾੜੂਆ ਨਹੀਂ ਕੱਟਾਂਗੇ, ਜਦ ਤੱਕ ਉਹ ਉਸ ਆਧਾਰ ਦੇ ਉੱਤੇ ਅਟੈਕ ਨਹੀਂ ਕਰਾਂਗੇ ਜਿਹੜਾ ਇਹਨਾਂ ਨੂੰ ਪੁਸ਼ ਕਰ ਰਿਹਾ ਜਾਂ ਉੱਧਰ ਨੂੰ ਭੇਜ ਰਿਹਾ, ਤਾਂ ਤੁਸੀਂ ਜਿੰਨੀਆਂ ਮਰਜ਼ੀ ਜੇਲ੍ਹਾਂ ਬਦਲੀ ਜਾਓ, ਜਿੰਨੇ ਮਰਜ਼ੀ ਤੁਸੀਂ ਰੋਕਾਂ ਲਾਈ ਜਾਓ, ਤੁਸੀਂ ਗੈਂਗਸਟਰਿਜ਼ਮ ਦਾ ਲੱਕ ਨਹੀਂ ਤੋੜ ਸਕਦੇ। ਕੁਝ ਬੰਦਿਆਂ ਨੂੰ ਮਾਰ ਦੋਗੇ, ਉਹਦੀ ਜਗ੍ਹਾ 10 ਬੰਦੇ ਹੋਰ ਪੈਦਾ ਹੋ ਜਾਣਗੇ। ਉਸ ਸਿਸਟਮ ਨੂੰ ਤੋੜਨ ਲਈ ਸਿਸਟਮ ਦੇ ਕਾਰਨਾਂ ਦਾ ਹੱਲ ਤੁਹਾਨੂੰ ਜ਼ਰੂਰ ਲੱਭਣਾ ਪਊ। ਜਿਹੜੀ ਤੁਸੀਂ ਦੂਜੀ ਗੱਲ ਕਹੀ ਉਹ ਵੀ ਬੜੀ ਇੰਟਰਸਟਿੰਗ ਹੈਗੀ ਹੈ ਕਿ ਭਗਵੰਤ ਮਾਨ ਹੋਣਾ ਨੇ ਇੱਕ ਮੁੱਦਾ ਛੇੜ ਲਿਆ, ਉਹ ਤੇ ਆਪਣੀਆਂ ਰੋਜ਼ ਚਰਚਾ 'ਚ ਆਉਣ ਲਈ ਕਿ ਜਿਹੜੇ ਅਸਲੀ ਵਾਅਦੇ ਕੀਤੇ ਆ, ਗਰੰਟੀਆਂ ਦਿੱਤੀਆਂ, ਉਧਰ ਨਾ ਧਿਆਨ ਜਾਏ। ਜਿਵੇਂ ਕਿ ਹਰ ਬੀਬੀ ਨੂੰ ਸਾਲ ਦੇ 12,000 ਰੁਪਏ ਦੇਣੇ ਆ, ਹਰ ਬੀਬੀ ਨੂੰ, ਭਾਵੇਂ ਉਹ ਅਮੀਰ ਆ, ਭਾਵੇਂ ਗਰੀਬ ਆ, ਭਾਵੇਂ ਜਿਹੋ ਜਿਹੀ ਆ, 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਆ, ਕਿਉਂਕਿ ਵੋਟ 18 ਸਾਲ ਦੀ ਨੇ ਪਾਉਣੀ ਹੁੰਦੀ ਆ। ਇਸ ਲਈ ਸਿੱਧੀ ਵੱਡੀ ਦਿੱਤੀ ਹੋਈ ਆ ਬੀਬੀਆਂ ਨੂੰ, ਪਰ ਦਿੱਤੀ ਆ ਤੇ ਅਗਲੀਆਂ ਨੇ ਚਲੋ ਮੰਨਿਆ ਵੀ, ਵੋਟਾਂ ਪਾਈਆਂ ਵੀ। ਉਹ ਇਹ ਕਹਿ ਰਹੀਆਂ ਬੀਬੀਆਂ ਕਿ ਸਾਡੇ ਪੈਸੇ ਕਦੋਂ ਦੇਣੇ ਆ, ਕਈਆਂ ਨੇ ਸੂਟ ਸਵਾ ਲਏ ਆ ਧਾਰੇ ਲੈ ਕੇ, ਕਿ ਪੈਸੇ ਤੇ ਮਿਲਣੇ ਆ ਭਗਵੰਤ ਮਾਨ ਤੋਂ। ਹੁਣ ਇੱਕੋ ਗੱਲ ਇਹਦੇ 'ਚ ਥੋੜ੍ਹੀ ਜਿਹੀ ਉਹਨਾਂ ਨੂੰ ਉਮੀਦ ਬੱਝੀ ਆ ਕਿ ਐਤਕੀ ਜਿਹੜਾ ਪਹਿਲਾ ਸਾਡਾ ਟਰਾਈਮੈਸਟਰ ਆ, 3 ਮਹੀਨੇ ਅਪ੍ਰੈਲ ਮਈ ਜੂਨ, ਉਹਦੇ 'ਚ ਮਾਰਜਨਲੀ ਕੋਈ ਸਾਡਾ ਰੈਵਨਿਊ ਸਟੇਟ ਦਾ ਵੱਧ ਗਿਆ, 20-25% ਰੈਵਨਿਊ ਵੱਧ ਗਿਆ। ਉਹ 'ਚ ਕੁਛ ਇਨਫਲੇਸ਼ਨ ਨੂੰ ਡੀਫਲੇਟ ਕਰ ਲਓ ਤਾਂ ਫਿਰ ਵੀ ਥੋੜ੍ਹਾ ਜਿਹਾ ਵਧਿਆ ਪਿਛਲੇ ਸਾਲ ਦੇ ਮੁਕਾਬਲੇ। ਪਰ ਉਹਦੇ ਨਾਲ ਇੰਨਾ ਪੈਸਾ ਤੇ 13-14 ਹਜ਼ਾਰ ਕਰੋੜ ਰੁਪਈਆ ਚਾਹੀਦਾ ਬੀਬੀਆਂ ਨੂੰ ਇੰਨਾ ਪੈਸਾ ਦੇਣ ਲਈ, ਉਹਦੇ ਵੱਲ ਗੱਲ ਨਹੀਂ ਕਰਦੇ। ਸਿਹਤ ਵੱਲ ਉਹਦਾ ਪ੍ਰਾਈਵੇਟਾਈਜੇਸ਼ਨ ਕਰਨਾ ਸ਼ੁਰੂ ਕਰਤਾ, ਡਾਕਟਰ ਭਰਤੀ ਨਹੀਂ ਕਰਦੇ। ਸਿੱਖਿਆ ਵੱਲ ਦਾ ਤੇ ਹਾਲਤ ਜਿੰਨਾ ਕਹਿ ਲਓ ਉਨਾ ਹੀ ਥੋੜ੍ਹਾ ਆ, ਵੱਡੀ ਪੱਧਰ ਤੇ ਪ੍ਰਾਈਵੇਟ ਹੋ ਗਿਆ, ਨਵੀਆਂ ਦੁਕਾਨਦਾਰੀਆਂ ਆ ਗਈਆਂ, ਤੇ ਜਿਹੜੇ ਸਰਕਾਰੀ ਆ ਉਹ ਤੇ ਮੇਰਾ ਖਿਆਲ 20% ਵੀ ਸਰਕਾਰੀ ਕਾਲਜਾਂ 'ਚ ਪੰਜਾਬ ਦੇ ਅੰਦਰ ਰੈਗੂਲਰ ਟੀਚਰ ਨਹੀਂ ਰਹੇ। ਬਾਕੀ ਸਭ
ਦਿਹਾੜੀ ਦੱਪਾ ਜਿਹਨੂੰ ਕਹਿੰਦੇ ਆ ਵੀ ਆ ਗਿਆ ਤੇ ਕਰ ਲਿਆ ਤੇ ਛੱਡ ਦਿੱਤਾ, ਬੁਰਾ ਹਾਲ ਹਾਇਰ ਐਜੂਕੇਸ਼ਨ ਦਾ ਹੋਇਆ। ਸਕੂਲਾਂ ਦਾ ਵੀ ਉਹੀ ਹਾਲ ਹੈ, ਟੀਚਰ ਤੁਸੀਂ ਦੇਖਦੇ ਟੈਂਕੀਆਂ ਤੇ ਚੜੇ ਹੋਏ। ਬਿਲਕੁਲ। ਇਸ ਕਰਕੇ ਮੈਂ ਕੋਈ ਪਰਸਨਲੀ ਨਹੀਂ ਪਰਸਨਾ, ਤੁਹਾਡੇ ਕੋਲ ਹੱਲ ਹੈ ਜਾਂ ਨਹੀਂ ਹੈ, ਤੁਸੀਂ ਉਹਦੇ ਤੇ ਸਮਾਜ ਦੇ ਅੰਦਰ ਡਿਬੇਟ ਛੇੜੋ। ਤੁਸੀਂ ਇਹ ਦੱਸੋ ਲਗਾਤਾਰ ਲੋਕਾਂ ਨੂੰ ਹਰ 6 ਮਹੀਨੇ ਬਾਅਦ ਕਿ ਇੰਨਾ ਕਰ ਲਿਆ, ਇੰਨਾ ਰਹਿ ਗਿਆ, ਆਹ ਦਿੱਕਤਾਂ, ਇੱਥੇ ਮਦਦ ਕਰੋ। ਉਹਨਾਂ ਮੁੱਦਿਆਂ ਤੋਂ ਸਾਰਾ ਧਿਆਨ ਹਟਾਉਣ ਲਈ ਕਦੀ ਐਸਜੀਪੀਸੀ ਦਾ ਚੈਨਲ ਆਪਣਾ ਹੋਣਾ ਚਾਹੀਦਾ, ਐਸਜੀਪੀਸੀ ਦਾ ਸਪੈਸ਼ਲ ਐਕਟ ਪਾਸ ਕਰ ਲਿਆ ਜੀ। ਵਾਈਸ ਚਾਂਸਲਰ ਜਿਹੜਾ ਵਾਈਸ ਚਾਂਸਲਰ ਦੇ ਉੱਪਰ ਚਾਂਸਲਰ ਜਿਹੜਾ ਆ ਭਗਵੰਤ ਮਾਨ ਹੋਣਾ ਚਾਹੀਦਾ ਜੀ। ਵੀ ਦੱਸ ਤੂੰ ਆਪ ਤੇ ਪੜ੍ਹਿਆ ਨਹੀਂ, ਤੈਨੂੰ ਪਤਾ ਹੈ ਵੀ ਯੂਨੀਵਰਸਿਟੀਆਂ ਦੀ ਪੜ੍ਹਾਈ ਦਾ ਮਤਲਬ ਕੀ ਹੁੰਦਾ ਜੀ। ਮੈਂ ਉਹਨੂੰ ਕੋਈ ਇੰਜ ਨਿੰਦਣ ਲਈ ਨਹੀਂ ਕਹਿ ਰਿਹਾ, ਉਹ ਪੰਗੇ ਤੁਸੀਂ ਕਿਉਂ ਲੈਨੇ ਜਿਹੜੇ ਤੁਹਾਡੇ ਵੱਸ ਦੇ ਨਹੀਂ ਹੈਗੇ। ਉਹ ਪਹਿਲਾਂ ਇੱਕ 12 ਪੜ੍ਹਿਆ ਭੇਜਿਆ ਸੀਗਾ ਹੈਲਥ ਮਿਨਿਸਟਰ, ਤੇ ਉੱਥੇ ਵਾਈਸ ਚਾਂਸਲਰ ਨੂੰ ਡੰਡ ਬੈਠਕਾਂ ਕਢਾਤੀਆਂ, ਸਾਰੀ ਦੁਨੀਆ 'ਚ ਓਏ ਤੋਏ ਹੋਈ ਜੀ, ਹੈ ਨਾ। ਇਸ ਲਈ ਉਹ ਕੀ ਬਹਾਦਰ, ਕੀ ਨਾਮ ਉਹਨਾਂ ਦਾ, ਉਹ ਆਪਣੇ 32 ਸੈਕਟਰ ਤੋਂ ਸੀ ਸ਼ਾਇਦ, ਜਿਹੜੇ 32 ਸੈਕਟਰ ਤੇ ਸੀਗੇ, ਹਾਂ, ਤੇ ਰਾਜ ਬਹਾਦਰ, ਡਾਕਟਰ ਰਾਜ ਬਹਾਦਰ ਜੀ। ਤੇ ਉਹਨਾਂ ਦੇ ਨਾਲ ਇੰਨੀ ਉਹਨਾਂ ਦੀ ਇਨਸਲਟ ਕੀਤੀ, ਕਿਉਂਕਿ ਉਹਨੂੰ ਆਪ ਇੰਨਾ ਨਹੀਂ ਪਤਾ ਕਿ ਇਹ ਚੀਜ਼ ਹੁੰਦੀ ਕਿ ਉਹਦੇ ਕੀ ਹੁੰਦੇ ਆ। ਉਹਨੂੰ ਲੱਗਾ ਵੀ ਤੇਰਾ ਕੋਈ ਕਲਰਕ ਬੈਠਾ। ਇਹ ਕੰਮ ਨਾ ਕਰੋ, ਇਸ ਪਾਸੇ ਸਾਰੀ ਡਿਬੇਟ ਨੂੰ ਨਹੀਂ ਤੋਰਨਾ ਚਾਹੀਦਾ। ਹੁਣ ਆਹ ਲੇਟੈਸਟ ਇਹੀ ਆ ਕੰਮ ਕੀ ਹੈ ਜੀ, ਅੰਸਾਰੀ ਰੱਖਿਆ, ਸਾਰਿਆਂ ਨੇ ਰੱਖੇ ਹੋਏ ਆ, ਕਿਹਨੇ ਨਹੀਂ ਰੱਖਿਆ ਜੀ। ਕੀ ਲੱਖਾ ਸਿਧਾਣਾ ਪਹਿਲਾਂ ਨਹੀਂ ਸੀ ਪੋਲੀਟੀਸ਼ੀਅਨ ਨੇ ਰੱਖਿਆ, ਹੁਣ ਉਹ ਠੀਕ ਹੈ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਕਹਿੰਦੇ ਉਹਨੂੰ। ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਜੋ ਇਹਨਾਂ ਦਾ ਕੰਮ ਕਰਦੇ ਹਾਂ, ਅਸੀਂ ਆਪ ਸਿੱਧਾ ਹੀ ਕਰਦੇ ਹਾਂ ਜੀ, ਕਿ ਅਸੀਂ ਪੋਲੀਟਿਕਸ ਸਿੱਧਾ ਹੁੰਦੇ, ਅਸੀਂ ਦੂਜੇ ਪੋਲੀਟੀਸ਼ੀਅਨਾਂ ਨੂੰ ਆਪਣੀਆਂ ਸੇਵਾਵਾਂ ਦਿੰਦੇ ਹਾਂ। ਇਹ ਸਾਰੇ ਪੋਲੀਟੀਸ਼ੀਅਨ ਵਿੰਗੇ ਟੇਢੇ ਢੰਗ ਨਾਲ ਰੱਖਦੇ ਆ। ਇਹੀ ਗੱਲ ਇਹਨਾਂ ਦੀ ਵੀ ਆ ਕਿ ਇਹਨਾਂ ਨੇ ਉਸ ਦੀ ਇਹ ਤਾਂ ਲੱਗਦਾ ਕਿ ਕਾਨੂੰਨ ਨੂੰ ਵਰਤ ਕੇ, ਇਹਨੂੰ ਕਹਿੰਦੇ ਕਾਨੂੰਨ ਦੀ ਦੁਰਵਰਤੋਂ ਕਰਕੇ ਉਹਨੂੰ ਇੱਥੇ ਰੱਖਿਆ, ਪਰ ਐ ਗੈਰ ਕਾਨੂੰਨੀ ਨਹੀਂ ਰੱਖਿਆ। ਬਿਲਕੁਲ ਜੀ। ਇਹ ਕਹਿੰਦੇ ਆ ਸਾਡੇ ਵਾਲੀ ਸਰਕਾਰ, ਭਗਵੰਤ ਮਾਨ ਦੀ ਸਰਕਾਰ ਇਹ ਕਹਿ ਰਹੀ ਹੈ ਗੁਰਦੀਪ ਕਿ 55 ਲੱਖ ਰੁਪਏ ਦੇ ਬਿੱਲ ਪੈਂਡਿੰਗ ਆ, ਜਿਹੜੇ ਵਕੀਲ ਹੋਰ ਸਾਰਾ ਪੈਰਾਫਰਨੇਲੀਆ ਜਿਹੜਾ ਜਿਨ੍ਹਾਂ ਲੋਕਾਂ ਨੇ ਉਸ ਨੂੰ ਇੱਥੇ ਰੱਖਣ ਲਈ ਵਰਤੋਂ, ਮਤਲਬ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਉਹ ਕਹਿੰਦੇ ਅਸੀਂ ਨਹੀਂ ਇਹ ਦਿੰਦਾ, ਸਰਕਾਰ ਨਹੀਂ ਦਿੰਦੇ, ਅਸੀਂ ਗਲਤ ਕੰਮਾਂ ਲਈ ਅੰਸਾਰੀ ਲਈ ਪੈਸੇ ਕਿਉਂ ਦਈਏ, ਉਹਨਾਂ ਨੂੰ ਇੰਨਾ ਚਿਰ ਰੱਖਿਆ ਕਿਉਂ, ਇਹ ਤੇ ਮਾੜੇ ਮੋਟੇ ਇਨਕੁਆਇਰੀ ਲਈ ਆਏ ਸੀ, ਵਾਪਸ ਭੇਜ ਦਿੰਦੇ ਜੀ। ਹੁਣ ਇਹ ਗੱਲ ਤੇ ਠੀਕ ਹੈ, ਮੋਰਲ ਲੈਵਲ ਤੇ ਨੈਤਿਕ ਲੈਵਲ ਤੇ ਭਗਵੰਤ ਮਾਨ ਨੂੰ ਨਹੀਂ ਠੀਕ ਕਹਿੰਦੇ ਆ ਕਿ ਤੁਸੀਂ ਉਹਦੇ ਕੋਲ ਕੀ ਲੈਣਾ ਸੀ ਇੰਨੇ ਦਿਨ ਇੱਥੇ ਰੱਖ ਕੇ। ਪਰ ਸਰਕਾਰੀ ਪੱਧਰ ਦੇ ਉੱਤੇ ਜਦੋਂ ਸਰਕਾਰੀ ਕੰਮ ਹੋਏ ਆ, ਤੁਸੀਂ ਜੋ ਇੱਕ ਗੱਲ ਨੂੰ ਕਰਕੇ ਕਿ ਹੁਣ ਰੰਧਾਵਾ ਦੇ, ਕੈਪਟਨ ਦੀ ਜੇਬ ਚੋਂ ਦੇ, ਜੇ ਨਹੀਂ ਪੈਸੇ ਹੈਗੇ ਤੇ ਅਸੀਂ ਉਹਨਾਂ ਦੀਆਂ ਪੈਨਸ਼ਨਾਂ ਕੱਟ ਲਾਂਗੇ, ਹੋਰ ਭੱਤੇ ਕੱਟ ਲਾਂਗੇ, ਹੋਰ ਸੁੱਖ ਸੁਵਿਧਾ ਦੇ ਉੱਤੇ, ਇਹ ਬਿਲਕੁਲ ਪੇਂਡੂ ਪੱਧਰ ਦੇ ਉੱਤੇ ਜਿਵੇਂ ਇੱਕ ਦੂਜੇ ਨਾਲ ਬੰਨੇ ਦੀ ਲੜਾਈ ਹੋ ਜੇ ਤੇ ਕਹਿੰਦੇ ਚੰਗਾ ਫਿਰ ਤੂੰ ਨੰਗਾਈ ਟਰੈਕਟਰ ਤੇਰੇ, ਫਿਰ ਕੋਈ ਬੱਕਰੀ ਜਾ ਵੜ ਜੇ ਉਹਦੇ ਖੇਤ 'ਚ, ਉਹਦੀ ਬੱਕਰੀ ਦੀ ਲੱਤ ਤੋੜ ਦੇਣੀ। ਇਹੋ ਜਿਹੇ ਕੰਮ ਕਰਨ ਦੇ ਪੱਧਰ ਤੇ ਇਹ ਸਰਕਾਰ ਆ ਗਈ ਹੈ। ਮੈਨੂੰ ਬਹੁਤ ਅਫਸੋਸ ਹੈ ਕਿ ਇੰਨੇ ਨੀਵੇਂ ਪੱਧਰ ਦੀਆਂ ਗੱਲਾਂ ਇੱਕ ਚੀਫ ਮਿਨਿਸਟਰ ਦੇ ਸੌਂਪੇ ਹੋਏ ਅਹੁਦੇ ਦੇ ਵੱਲੋਂ ਇਹ ਬਿਆਨ ਆਉਣੇ। ਉਹਦਾ ਜਵਾਬ ਕੈਪਟਨ ਅਮਰਿੰਦਰ ਹੁਣਾਂ ਨੇ ਦਿੱਤਾ, ਰੰਧਾਵੇ ਹੁਣਾਂ ਨੇ ਵੀ ਦਿੱਤਾ। ਰੰਧਾਵੇ ਨੇ ਤੇ ਕਿਹਾ ਕਿ ਦੇਖੋ ਜੀ, ਜੇ ਤੁਹਾਨੂੰ ਇਹ ਲੱਗਦਾ ਯਾਰ ਕਿ ਦਿਓ ਸਾਨੂੰ, ਫਿਰ ਆਪਣਾ ਤੁਸੀਂ ਨੋਟਿਸ ਜਾਰੀ ਕਰੋ, ਅਸੀਂ ਉਹਦਾ ਜਵਾਬ ਦੇਵਾਂਗੇ। ਕੈਪਟਨ ਹੁਣਾਂ ਨੇ ਕਿਹਾ ਕਿ ਦੇਖੋ ਮੈਂ 9.5 ਸਾਲ ਰਾਜ ਕੀਤਾ ਆ ਐਜ਼ ਚੀਫ ਮਿਨਿਸਟਰ ਪੰਜਾਬ ਦੇ ਅੰਦਰ, ਇਹਨੇ 1.5 ਸਾਲ ਕੀਤਾ ਆ, ਇਸ ਕਰਕੇ ਇਹ ਸਿੱਖੇ ਅਜੇ ਕਿ ਜਿਹੜਾ ਰਾਜ ਕਿਵੇਂ ਕਰੀਦਾ। ਮੈਂ ਨਹੀਂ ਕਹਿੰਦਾ ਕਿ ਉਹ ਬਹੁਤ ਚੰਗਾ ਰਾਜ ਕੀਤਾ ਕੈਪਟਨ ਨੇ, ਜਾਂ ਇਹ ਜੇ ਉਹਨਾਂ ਵਾਲੀ ਸਿੱਖਿਆ ਜਿਹੜੀ ਇੰਨੀ ਹੱਦ ਇਸ ਤੱਕ ਗੱਲ ਵੱਧ ਗਈ, ਉਹਦੇ ਪੋਤੜਿਆਂ ਤੱਕ ਅਟੈਕ ਕਰਤਾ। ਉਹ ਤੇ ਇੱਕ ਵਾਰੀ ਮੈਂ ਵੀ ਕੀਤਾ ਸੀ ਵੈਸੇ, ਬਿਲਕੁਲ ਜੀ, ਉਹ ਪਰ ਹੋਰ ਗੱਲ ਤੇ ਸੀ, ਉਹ ਮਜ਼ਦੂਰਾਂ ਦੇ ਉੱਤੇ ਕੁਝ ਉਹਨਾਂ ਦੀਆਂ ਕੋਈ ਇਹੋ ਜਿਹਾ ਹਮਲਾ ਕੀਤਾ ਗਿਆ ਸੀਗਾ ਇਹਨਾਂ ਵੱਲੋਂ, ਕਿਹਦੇ ਕੈਪਟਨ ਅਮਰਿੰਦਰ ਵੱਲੋਂ। ਪਿੱਛੇ ਦੀ ਗੱਲ ਹੈ, ਜਦੋਂ ਇਹ ਪਿਛਲੀ ਵਾਰ ਸੀਗੇ ਉਦੋਂ ਸ਼ਾਇਦ ਇਹ ਰਾਜ ਵੀ ਕਰਦੇ ਸੀ ਕਿ ਨਾ, 17 ਦੀਆਂ ਗੱਲਾਂ ਸੀਗੀਆਂ। ਪਰ ਮੈਂ ਇਹ ਨਵੇਂ ਕੈਪਟਨ ਬਣੇ ਸੀ, ਹਾਂ ਮੈਨੂੰ ਯਾਦ ਆ ਗਿਆ। ਗੁਰਦੀਪ ਇਹ ਨਿੰਦਤਾ ਵੀ ਇਹ ਪਹਿਲਾਂ ਵੀ ਸੱਤਾ ਦੇ ਨਾਲ ਰਹੇ ਆ, ਕਦੀ ਕਾਂਗਰਸ 'ਚ ਚਲੇ ਗਏ, ਇਹਨਾਂ ਦੇ ਮਾਂ-ਬਾਪ ਅੰਗਰੇਜ਼ਾਂ ਦੇ ਨਾਲ, ਮੁਗਲਾਂ ਤੋਂ ਲੈ ਕੇ ਹੁਣ ਤੱਕ ਪਿੱਠੂ ਸੀਗੇ, ਹੁਣ ਇਹ ਫੇਰ ਉਹ ਕੰਮ ਕਰਦੇ ਆ, ਹੁਣ ਬੀਜੇਪੀ 'ਚ ਜਾ ਵੜ ਗਏ। ਉਹ ਬੀਜੇਪੀ ਜਿਹਨੇ 700 ਤੋਂ ਵੱਧ ਕਿਸਾਨਾਂ ਨੂੰ ਉੱਥੇ ਸੜਕਾਂ ਦੇ ਉੱਤੇ ਸ਼ਹੀਦ ਕੀਤਾ। ਤੁਸੀਂ ਕਿੰਨੀਆਂ ਰੈਲੀਆਂ ਕੀਤੀਆਂ ਸੀ ਵੀ ਭਗਵੰਤ ਮਾਨ? ਕੇਜਰੀਵਾਲ ਨੇ ਜਦੋਂ ਆਪਣੀ ਪਿੱਠ ਤੇ ਲੱਤ ਵੱਜੀ ਹੈ, ਉਦੋਂ ਤੇ ਉਹਨੇ ਵੱਡੀ ਰੈਲੀ ਕੀਤੀ ਰਾਮਲੀਲਾ ਗਰਾਊਂਡ 'ਚ, ਕਿਸਾਨਾਂ ਦੇ ਹੱਕ 'ਚ ਅਸੀਂ ਕਹਿ ਕੇ ਥੱਕ ਗਏ। ਉਹ 4 ਰੈਲੀਆਂ ਕਰ ਦੋ, ਉਹ 4 ਦਿਨਾਂ 'ਚ ਬੈਂ ਹੋ ਜੂਗੀ ਸੈਂਟਰ ਦੀ, ਤੇ ਅਸੀਂ ਉੱਥੇ ਨਾਲ ਕਿਸਾਨ ਵੀ ਸ਼ਾਮਿਲ ਹੋ ਜਾਣਾ ਸੀਗਾ, ਸਾਰਿਆਂ ਨੇ ਸ਼ਾਮਿਲ। ਤੁਹਾਡੀ ਪੱਕੀ ਜੈ-ਜੈਕਾਰ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਨੇ ਕਰਨੀ ਸੀ। ਇੱਕ ਰੈਲੀ ਨਹੀਂ ਕੀਤੀ, ਕਾਰਨ ਕਿਉਂਕਿ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਸੀ, ਬੀਜੇਪੀ ਨੂੰ ਤੇ ਨਾਰਾਜ਼ ਕਦੀ ਕਰਨਾ ਹੀ ਨਹੀਂ ਚਾਹੁੰਦੇ। ਤੇ ਤੁਸੀਂ ਕਿਹਨੂੰ ਨਿੰਦ ਕੇ ਕੀ ਦੱਸਣਾ ਚਾਹੁੰਦੇ ਆ? ਤੁਸੀਂ ਤੁਹਾਡੀ ਰਾਜਨੀਤੀ
ਕਿਸੇ ਵੀ ਤਰੀਕੇ ਦੇ ਨਾਲ ਬੀਜੇਪੀ ਦੀ ਰਾਜਨੀਤੀ ਨਾਲੋਂ ਕੋਈ ਵੱਖਰੀ ਨਹੀਂ ਹੈ ਸੋਚ ਦੇ ਪੱਧਰ ਦੇ ਉੱਤੇ। ਉਹ ਵੀ ਕਹਿੰਦੇ ਅਸੀਂ ਸਾਡਾ ਦੱਸੋ ਪ੍ਰਧਾਨ ਮੰਤਰੀ ਨੇ ਕਿਹੜੀ ਕਰਪਸ਼ਨ ਕੀਤੀ ਹੈ, ਦੱਸੋ ਅਮਿਤ ਸ਼ਾਹ ਨੇ ਕਿਹੜੀ ਕਰਪਸ਼ਨ ਕੀਤੀ ਹੈ, ਅਸੀਂ ਤੇ ਸਾਡੇ 'ਚ ਪਰਿਵਾਰਵਾਦ ਨਹੀਂ। ਉਹੀ ਗੱਲਾਂ ਤੁਸੀਂ ਕਰਦੇ ਆ ਵੀ ਅਸੀਂ ਬਹੁਤ ਚਿੱਟੇ ਦੁੱਧ ਧੋਤੇ ਆ, ਭਾਵੇਂ ਦੋ ਵੱਡੇ ਮੰਤਰੀ ਤੇ ਡਿਪਟੀ ਚੀਫ ਮਿਨਿਸਟਰ ਜੇਲ੍ਹ 'ਚ ਬੈਠਾ ਹੋਵੇ, ਇਹ ਫਿਰ ਵੀ ਜਾਣੀ ਪਤਾ ਨਹੀਂ ਕਿਹੜਾ ਸਾਬਣ ਲਾ ਕੇ ਉਹਨਾਂ ਲਈ ਤਾਂ ਕੇਜਰੀਵਾਲ ਰੋ ਵੀ ਰਿਹਾ ਸੀ ਵੀ ਰਾਈਟ ਹੈਂਡ ਸੀ ਸਾਰੀਆਂ ਗੱਲਾਂ ਲੁਕਾਉਣ ਲਈ। ਤੇ ਹੁਣ ਮੈਨੂੰ ਤੇ ਲੱਗਦਾ ਕਿ ਜਿਸ ਢੰਗ ਦੇ ਨਾਲ ਉੱਥੇ ਉਹ ਜਿਹੜੀ ਆਬਕਾਰੀ ਨੀਤੀ ਸੀ ਉਹਦੇ ਨਾਲ ਇਹਨਾਂ ਨੇ ਹੱਥ ਰੰਗੇ ਆ, ਹੌਲੀ ਹੌਲੀ ਉਹ ਰੰਗੇ ਹੱਥ ਦਾ ਰੰਗ ਲੱਥ ਕੇ ਸਾਰੇ ਲੋਕ ਦੇਖ ਰਹੇ ਆ। ਉੱਥੇ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਵਾਰੀ ਸਕੰਜਾ ਕੇਜਰੀਵਾਲ ਤੇ ਵੀ ਕੱਸਿਆ ਜਾਏ, ਤੇ ਜੇ ਇੰਜ ਹੁੰਦਾ ਤੇ ਲੋਕ ਪੁੱਛਣਗੇ ਭਾਈ ਤੁਸੀਂ ਤਾਂ ਬੜੇ ਕੱਟੜ ਇਮਾਨਦਾਰ ਸੀ, ਤੁਸੀਂ ਤਾਂ ਕੱਟੜ ਦੇਸ਼ ਭਗਤ ਸੀ, ਉਹ ਦੂਜੇ ਕੱਟੜ ਦੇਸ਼ ਭਗਤਾਂ ਨੇ ਤੁਹਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ। ਜੀ ਪ੍ਰੋਫੈਸਰ ਸਾਹਿਬ, ਜਿਵੇਂ ਦੇਖਿਆ ਕਿ ਜਦੋਂ ਦੀ ਮਾਨ ਸਰਕਾਰ ਬਣੀ ਆ, ਇਹ ਰੋਜ਼ ਸ਼ਾਮ ਨੂੰ ਦੇਖਿਆ ਟਵੀਟੀ ਹੋਣ ਲੱਗੇ ਹੁੰਦੇ ਨੇ। ਜਿਹੜੇ ਅਸਲ ਮੁੱਦੇ ਨੇ, ਜਿਵੇਂ ਤੁਸੀਂ ਦੱਸਿਆ ਕਿ ਅਸਲ ਮੁੱਦਿਆਂ ਤੋਂ ਭਟਕਦੇ ਹੋਏ ਉਹਨਾਂ ਦਾ ਕੋਈ ਜਵਾਬ ਨਹੀਂ ਦੇਣਾ। ਤੇ ਜਿਹੜੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਹ ਵੀ ਕਹਿ ਦਿੱਤਾ ਕਿ 5 ਵਜੇ ਤੋਂ ਬਾਅਦ ਤਾਂ ਤੁਸੀਂ ਟਵੀਟ ਹੀ ਨਾ ਕਰਿਆ ਕਰੋ, ਕਿਉਂਕਿ ਉਹਨਾਂ ਨੇ ਸ਼ਾਇਦ ਪਤਾ ਨਹੀਂ ਕਿਹੜੇ ਸੰਦਰਭ ਤੋਂ ਕਿਹਾ ਕਿ ਅਗਰ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਮਾਸਟਰਾਂ ਨੂੰ ਤੋਹਫਾ ਦਿੱਤਾ, ਉਹਨਾਂ ਦੀ ਤਨਖਾਹਾਂ ਵਧਾ ਦਿੱਤੀਆਂ। ਤੇ ਦੂਜਾ ਤੋਹਫਾ ਇਹ ਆ ਕਿ ਉਹਨਾਂ ਨੇ ਕੁੜੀਆਂ ਮੁੰਡੇ ਜਿਹੜੇ ਕੱਚੇ ਮਾਸਟਰ ਸੀ ਉਹਨਾਂ ਨੂੰ ਸੰਗਰੂਰ ਭਜਾ ਕੇ ਕੁੱਟਿਆ, ਤੇ ਉਹਦੀ ਵੀ ਬੜੀ ਨਿੰਦਾ ਹੋ ਰਹੀ ਹੈ। ਪ੍ਰੋਫੈਸਰ ਸਾਹਿਬ, ਕੀ ਭਗਵੰਤ ਮਾਨ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੇ ਮਾਸਟਰਾਂ ਨੂੰ ਤੁਸੀਂ ਤੋਹਫੇ ਦੇ ਰਹੇ ਸੀ ਤੇ ਇਦਾਂ ਦੇ ਤੋਹਫੇ ਜਿਹੜੇ ਦੇ ਰਹੇ ਨੇ ਉਹਨਾਂ ਬਾਰੇ ਤੁਹਾਡੇ ਕੀ ਖਿਆਲ ਨੇ ਜੀ? ਦੇਖੋ ਗੁਰਦੀਪ, ਅੱਜ ਮਲਵਿੰਦਰ ਮਾਲੀ ਤੁਸੀਂ ਦੇਖੋ ਕਮੈਂਟੇਟਰ ਹੈ, ਉਹ ਲਿਖਦੇ ਰਹਿੰਦੇ, ਉਹਨਾਂ ਨੇ ਵੀ ਲਿਖਿਆ ਕਿ ਸਤੌਜ ਦੇ ਟੀਚਰ, ਇਹਦਾ ਪਿੰਡ ਹੈ ਮਹਿੰਦਰ ਸਿੰਘ ਸਤੌਜ, ਹਾਂਜੀ ਮਾਸਟਰ ਸੀ ਇਹਨਾਂ ਦੇ ਪਿਤਾ ਦਾ ਨਾਂ, ਉਹ ਵੀ ਟੀਚਰ ਸੀਗੇ, ਕਿ ਸਤੌਜ ਦੇ ਟੀਚਰ ਦੇ ਮੁੰਡੇ ਨੇ ਇੰਜ ਟੀਚਰਾਂ ਨੂੰ ਹੀ ਭਜਾ ਕੇ ਕੁੱਟਿਆ ਜਾਂ ਇੰਜ ਕੀਤਾ। ਇਹ ਗੱਲ ਤੇ ਮਾੜੀ ਹੈਗੀ ਆ ਜੀ। ਤੁਸੀਂ ਉਹਨਾਂ ਨਾਲ ਡਾਇਲਾਗ ਕਰੋ, ਜੇ ਨਹੀਂ ਵੀ ਡਾਇਲਾਗ ਕਰਦੇ ਉਹਨਾਂ ਨੂੰ ਪ੍ਰੋਟੈਸਟ ਕਰਨ ਦਿਓ, ਇਹੀ ਉਹ ਕਰ ਸਕਦੇ ਆ। ਬਿਲਕੁਲ ਇਹ ਤੇ ਆ ਕਿ ਤੁਸੀਂ ਕਿਸੇ ਨੂੰ ਕੁੱਟਣਾ ਵੀ ਆ ਤੇ ਰੋਣ ਵੀ ਨਹੀਂ ਦੇਣਾ, ਇਹ ਤੇ ਕਿਵੇਂ ਝੰਗਾੜ ਵੀ ਨਹੀਂ ਮਾਰਨ ਦੇਣੀ ਜੀ, ਇਹ ਤੇ ਮਾੜੀ ਗੱਲ ਆ। ਬਿਲਕੁਲ ਜੀ, ਤੁਸੀਂ ਆਪਣਾ ਕੁੱਟਣਾ ਤੇ ਉਹ ਤੇ ਤੁਸੀਂ ਕੁੱਟ ਹੀ ਰਹੇ ਆ। ਜਦੋਂ ਕਿਸੇ ਦੇ ਢਿੱਡ ਤੇ ਲੱਤ ਮਾਰ ਰਹੇ ਆ, ਉਹ ਵੀ ਕੁੱਟ ਹੀ ਹੈਗੀ ਆ। ਬੰਦਾ ਘਰ ਵੜਦਿਆਂ ਸੋਚਦਾ ਯਾਰ ਅੱਜ ਨਹੀਂ ਕੱਲ ਨਹੀਂ ਪਰਸੋਂ। ਘਰ ਦੀ ਦੇ ਨਾਲ ਕਿੰਨੇ ਕੁ ਦਿਨ ਝੂਠ ਬੋਲੂਗਾ? 1 ਸਾਲ 2 ਸਾਲ 10 ਸਾਲ ਹੋ ਗਏ ਕੱਚੇ ਟੀਚਰ ਬੈਠੇ ਆ ਜੀ। ਇਹ ਕਦੋਂ ਜਿਹੜੇ ਪੱਕੇ ਕੀਤੇ ਵੀ ਆ, ਉਹ ਵੀ ਪੱਕੇ ਕਿਹੋ ਜਿਹੇ ਕੀਤੇ, ਉਹ ਵੀ ਦੇ ਨਾਲ ਰਲੇ ਹੋਏ, ਉਹ ਵੀ ਕਹਿੰਦੇ ਸਾਨੂੰ ਪੱਕੇ ਕੀ ਕੀਤਾ ਵੀ ਅੱਗੇ ਸਾਨੂੰ ਠੇਕੇ ਤੇ ਰੱਖਿਆ ਹੋਇਆ ਸੀ, ਹੁਣ ਇੰਨਾ ਹੀ ਆ ਕਿ ਠੇਕੇ ਤੋਂ ਸਾਨੂੰ ਕੱਢਣਗੇ ਨਹੀਂ। ਤਨਖਾਹ ਸਾਡੀ ਜਿੰਨੀ ਹੁਣ ਸੀ ਉਹਦੇ ਨਾਲ ਦੁੱਗਣੀ ਕਰਤੀ ਹੈ, ਦੁੱਗਣੀ ਤੋਂ ਥੋੜੀ ਜਿਹੀ ਮਾਰਜਨਲੀ 5-7% ਵਧਿਆ, ਪਰ ਓਵਰਆਲ ਸਾਨੂੰ ਜਿਹੜੇ ਸਕੇਲ ਗ੍ਰੇਡ ਬਾਕੀ ਫੈਸਿਲਿਟੀ ਸਰਕਾਰੀ ਨੌਕਰੀ ਵਾਲੀਆਂ ਸੀ ਉਹ ਵਾਅਦਾ ਕੀਤਾ ਸੀ ਤੁਸੀਂ, ਸਰਕਾਰੀ ਨੌਕਰੀਆਂ ਤੁਹਾਨੂੰ ਪੱਕੀਆਂ ਮਿਲਣਗੀਆਂ, ਉਹਦੇ ਕੋਈ ਨੇੜੇ ਤੇੜੇ ਨਹੀਂ। ਰਾਦਰ ਉਲਟਾ ਇੱਕ ਹੋਰ ਕਰਤਾ, ਪੈਨਸ਼ਨਾਂ ਦੇ ਉੱਤੇ ਪਰ ਪੈਨਸ਼ਨਰ 200 ਰੁਪਈਆ ਕੱਟ ਲਾਤਾ, ਜਜ਼ੀਆ ਲਾਤਾ। ਉਹ ਲੋਕ ਵੀ ਸਾਰੇ ਪੈਨਸ਼ਨਰ ਵੱਡੀ ਰੈਲੀ ਕਰਕੇ ਸੰਗਰੂਰ ਕਰਕੇ ਤੇ ਇਹਨਾਂ ਦਾ ਇੱਟ ਸਿਆਪਾ ਕਰਨ ਵਾਲੇ। ਭਈ ਪੈਸੇ ਇਕੱਠੇ ਉਸ ਤਰੀਕੇ ਨਾਲ ਕਰੋ ਜਿਹਦੇ ਨਾਲ ਸੱਚੀ ਮੁੱਚੀ ਕੁਝ ਇੱਕ ਤਾਂ ਵੱਡਾ ਅਮਾਊਂਟ ਸਰਕਾਰ ਕੋਲ ਆਵੇ, ਤੇ ਦੂਸਰਾ ਇੱਕ ਇਧਰੋਂ ਜੇਬਾਂ ਕੱਟ ਕੇ ਦੂਜੇ ਪਾਸੇ ਦੇਈ ਜਾਣ ਨਾਲ ਕੀ ਅਰਥ ਹੈਗਾ? ਤੁਸੀਂ ਜਿਹੜੇ ਪੈਸੇ ਹੁਣ 200 ਰੁਪਈਆ ਤੁਸੀਂ ਤੇ ਕਹਿੰਦੇ ਸਰਕਾਰ ਚਲਾਉਣ ਲਈ ਸਾਨੂੰ ਟੈਕਸ ਚਾਹੀਦਾ ਜੀ, ਠੀਕ ਹੈ, ਜੇ ਸਰਕਾਰ ਚਲਾਉਣ ਲਈ ਟੈਕਸ ਚਾਹੀਦਾ, ਐਡੀਆਂ ਵੱਡੀਆਂ ਐਡ ਕਿਉਂ ਦਿੰਦੇ ਆ? ਜੇ ਤੁਸੀਂ ਚੰਗੇ ਕੰਮ ਕਰੋਗੇ ਤੁਹਾਡੇ ਤੇ ਲੋਕ ਖੁਦ ਤੁਹਾਡੀ ਐਡਵਰਟਾਈਜ਼ਮੈਂਟ ਕਰਨਗੇ ਜੀ, ਕਿਉਂਕਿ ਜਦੋਂ ਸਰਕਾਰ ਚੰਗੀ ਚੱਲਦੀ ਹੈਗੀ ਤਾਂ ਤੁਹਾਨੂੰ ਚੰਗੇ। ਅੱਜ ਸਾਡੇ ਇੱਥੇ ਜਿੰਨੇ ਵੀ ਸਰਕਾਰੀ ਪੈਟਰੋਲ ਪੰਪ ਹੈ, ਲਾਈਨਾਂ ਲੱਗੀਆਂ ਹੁੰਦੀਆਂ ਉਹਦੇ ਤੇ, ਹਾਲਾਂਕਿ ਤਕਲੀਫਾਂ ਵੀ ਜ਼ਿਆਦਾ ਦੂਜੇ ਪੈਟਰੋਲ ਪੰਪਾਂ ਨਾਲ। ਇੱਕ ਉਹਨਾਂ ਦਾ ਵਿਸ਼ਵਾਸ ਹੈ ਵੀ ਇੱਥੇ ਪੈਟਰੋਲ ਚੰਗਾ ਮਿਲਦਾ, ਇੱਥੇ ਪੂਰਾ ਮਿਲਦਾ ਜੀ, ਠੀਕ। ਇਸੇ ਕਰਕੇ ਜਦੋਂ ਤੁਸੀਂ ਬ੍ਰਾਂਡ ਆਪਣੀ ਸਰਕਾਰ ਦਾ ਚੰਗਾ ਬਣਾ ਲਓਗੇ, ਥੱਲੇ ਕੰਮ ਚੰਗੇ ਕਰਨੇ ਸ਼ੁਰੂ ਕਰੋਗੇ, ਤੇ ਪਿੰਡਾਂ ਵਾਲੇ ਆਪੇ ਤੁਹਾਨੂੰ ਹੱਥੀ ਛਾਵਾਂ ਕਰਨ ਲੱਗ ਜਾਣ। ਤੁਹਾਡਾ ਪ੍ਰਚਾਰ ਉਹ ਖੁਦ ਕਰਨਗੇ, ਸਾਈਕਲਾਂ ਤੇ ਕਰਨਗੇ, ਪੈਦਲ ਕਰਨਗੇ, ਸਕੂਟਰਾਂ ਤੇ ਕਰਨਗੇ। ਤੁਹਾਨੂੰ ਏਡੇ ਵੱਡੇ ਜਿਹੜੇ ਫਲੈਕਸਾਂ ਲਾ ਕੇ ਇਸ਼ਤਿਹਾਰ ਦੇ ਕੇ ਟੀਵੀਆਂ ਦੇ ਵਿੱਚ ਇੰਜ ਕਿ ਸਾਡਾ ਕੰਮ ਬੋਲਦਾ, ਤੇ ਤੁਹਾਡਾ ਕੰਮ ਬੋਲਦਾ ਤੇ ਤੁਸੀਂ ਕਾਹਨੂੰ ਬੋਲਦੇ ਆ ਵਿੱਚ? ਫਿਰ ਜੀ ਤੁਹਾਡਾ ਕੰਮ ਨੂੰ ਬੋਲਣ ਦਿਓ, ਲੋਕਾਂ ਨੂੰ ਸਮਝਣ ਦਿਓ। ਇਹ ਸਾਰੇ ਪੈਸੇ ਜਿਹੜੇ ਇਕੱਠੇ ਕਰਕੇ ਤੁਹਾਨੂੰ ਪਤਾ 5-6 ਗੁਣਾ ਐਡਵਰਟਾਈਜ਼ਮੈਂਟ ਦਾ ਮਸ਼ਹੂਰੀ ਦਾ ਖਰਚਾ ਵੱਧ ਗਿਆ ਅੱਗੇ ਨਾਲੋਂ। ਉਹ 750-800 ਕਰੋੜ ਰੁਪਇਆ ਥੋੜਾ ਹੁੰਦਾ, ਟੀਚਰ ਤੇ ਕੁਝ ਵੀ ਨਹੀਂ, 100 ਕਰੋੜ ਦੇ ਦਿਓ ਉਹਦੇ ਨਾਲ ਕੰਮ ਚੱਲ ਜਾਣਾ, 100-200 ਕਰੋੜ ਦੇ ਨਾਲ। ਇਹ ਉਸ ਪਾਸੇ ਨਹੀਂ ਚੱਲਦੇ। ਇਹੀ ਡਾਕਟਰਾਂ ਦਾ ਹਾਲ ਮੈਂ ਤੁਹਾਨੂੰ ਕਹਿੰਦਾ, 700 ਪੋਸਟਾਂ ਅਬੋਲਿਸ਼ ਕਰਨ ਜਾ ਰਹੇ ਡਾਕਟਰਾਂ ਦੀਆਂ, ਔਰ ਜਿਹੜੇ ਡਾਕਟਰ ਪਹਿਲਾਂ ਹੈਲਥ ਸੈਂਟਰਾਂ 'ਚ ਬੈਠੇ ਆ, ਜਿਨ੍ਹਾਂ ਨੂੰ ਕਨਵਰਟ ਆਮ ਆਦਮੀ
ਕਲੀਨਿਕ ਕਰ ਰਹੇ ਆ ਉਹਨਾਂ ਦੇ ਪੈਰਾਫਰਨੇਲੀਆ ਨੂੰ ਉਂਝ ਹੀ ਬੈਠਾ ਤੇ ਡਾਕਟਰਾਂ ਨੂੰ ਕਿਤੇ ਹੋਰ ਟ੍ਰਾਂਸਫਰ ਕਰਤਾ, ਕਿਉਂਕਿ ਉੱਥੇ ਠੇਕੇ ਵਾਲਾ ਜਿਹੜਾ ਡਾਕਟਰ ਆ ਆਪਣਾ ਲੈ ਕੇ ਆਉਣਾ, ਜਿਹੜਾ ਕਿ ਪਰ ਪੇਸ਼ੈਂਟ ਪੈਸੇ ਲਊਗਾ, ਜਿਹੜੇ ਰੈਗੂਲਰ ਉਹਨਾਂ ਨੂੰ ਕਿਤੇ ਹੋਰ ਭੇਜ। ਇਸ ਤਰੀਕੇ ਨਾਲ ਜਿਹੜੇ ਅਸਲੀ ਮੂਲ ਮੁੱਦੇ ਆ, ਜਿਹੜੇ ਮੂਲ ਚੀਜ਼ਾਂ ਆ ਪੰਜਾਬ ਦੀਆਂ, ਉਸ ਤੋਂ ਧਿਆਨ ਹਟਾ ਕੇ ਤੁਸੀਂ ਦੂਜੇ ਪਾਸੇ ਰਾਜਨੀਤੀ ਕਰੀ ਜਾਓਗੇ। ਕਦੀ 55 ਲੱਖ ਕਿਹਦੇ ਕੋਲ ਲੈਣਾ, ਅੰਸਾਰੀ ਵਾਲਾ ਕਿੱਧਰ ਕਰਨਾ, ਉਹ ਕਰਨਾ, ਇਹ ਗੱਲਾਂ ਤੋਂ ਬੰਦ ਕਰੋ। ਉਹੋ ਹੀ ਆਪਣਾ ਆਪਾਂ ਜਿਸ ਧਰਤੀ ਤੋਂ ਆਏ ਆ, ਆਮ ਆਦਮੀਆਂ ਦੇ ਤੌਰ ਤੇ ਆਏ ਆ, ਆਮ ਆਦਮੀ ਪਾਰਟੀ ਹੈਗੀ ਹੈ, ਤਾਂ ਫਿਰ ਜ਼ਰੂਰੀ ਹੈ ਕਿ ਆਮ ਆਦਮੀਆਂ ਦੀ ਆਵਾਜ਼ ਸੁਣੋ, ਨਾ ਕਿ ਉਹਨਾਂ ਤੇ ਡਾਂਗ ਸੋਟਾ ਚਲਾ ਕੇ ਬਾਣਾ ਥਾਣੀ ਭਜਾਓ, ਕੁੱਟੋ ਮਾਰੋ। ਇੰਨਾ ਤੇ ਮੈਨੂੰ ਨਹੀਂ ਲੱਗਦਾ ਕੈਪਟਨ ਸਰਕਾਰ ਨੇ ਵੀ ਕੀਤਾ ਸੀ ਜਿਸ ਪਾਸੇ ਨੂੰ ਇਹ ਚੱਲੇ। ਬਿਲਕੁਲ ਜੀ। ਪਰ ਸਭ ਇਸ ਤੋਂ ਇਲਾਵਾ ਆਪਾਂ ਅਗਰ ਦੇਖੀਏ ਸਮਾਜ ਦੇ ਵਿੱਚ ਹਰ ਰੋਜ਼ ਆਪਾਂ ਗੱਲਾਂ ਸੁਣਦੇ ਆ ਕਿ ਕੋਈ ਨਸ਼ਿਆਂ ਦੇ ਪਿੱਛੇ, ਕੋਈ ਕਿਸੇ ਨੇ ਕੋਈ ਚੀਜ਼ ਵੇਚ ਦਿੱਤੀ ਹੈ, ਕੋਈ ਘਰ ਦੇ ਭਾਂਡੇ ਵੇਚ ਦਿੰਦਾ, ਜ਼ਮੀਨਾਂ ਵੇਚ ਦਿੰਦੇ ਸੀ। ਹੁਣ ਆਪਾਂ ਦੇਖਿਆ ਨਵੀਂ ਗੱਲ ਆਈ ਹੈ ਕਿ ਲੋਕ ਆਪਣੇ ਮਾਂ ਪਿਓ ਨੂੰ, ਆਪਣੇ ਭਰਾਵਾਂ ਭੈਣਾਂ ਨੂੰ ਕਤਲ ਕਰਨ ਲੱਗ ਗਏ ਨੇ। ਇਹਦੇ ਵਿੱਚ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਬਣ ਗਈ ਹੈ ਪ੍ਰੋਫੈਸਰ ਸਾਹਿਬ? ਇਹ ਦੇਖ ਬੜਾ ਮੈਨੂੰ ਵੀ ਬਹੁਤ ਦੁੱਖ ਹੁੰਦਾ ਕਿ ਜਿਸ ਪਰਿਵਾਰ ਦੇ ਵਿੱਚ ਇੱਕ ਨਸ਼ੇੜੀ ਬੱਚਾ ਹੋ ਜਾਂਦਾ, ਮੈਂ ਉਸ ਬੱਚੇ ਦਾ ਕਸੂਰ ਨਹੀਂ ਮੰਨਦਾ, ਹਾਲਾਤ ਇਹੋ ਜਿਹੇ, ਬਾਅਦ ਵਿੱਚ ਬਾਹਰ ਕਿਸੇ ਕੰਪਨੀ 'ਚ ਪੈ ਗਿਆ, ਪੜ੍ਹਾਈ ਹੈ ਨਹੀਂ ਸਕੂਲਾਂ 'ਚ, ਜੇ ਪੜ੍ਹਾਈ ਹੋਵੇ ਮਾਸਟਰ ਰਹਿਣ ਰੱਖਣ, ਘਰ 'ਚ ਕੰਮ ਮੁੰਡੇ ਤੋਂ ਲੈਣ, ਖੇਤਾਂ 'ਚ ਕੰਮ ਹੀ ਹੈ ਨਹੀਂ, ਕਈਆਂ 'ਚ ਕੋਈ ਕੰਮ, ਉੱਥੇ ਮਜ਼ਦੂਰ ਕੰਮ ਕਰਦੇ। ਇਹ ਜਿਹੜਾ ਵਿਹਲੜਪਣ ਜਾਂ ਇਹੋ ਜਿਹਾ ਹਾਲਾਤ ਤੇ ਜਗ੍ਹਾ ਜਗ੍ਹਾ ਤੇ ਘਰੋਂ ਘਰ ਸਰਵਿਸ, ਨਸ਼ਿਆਂ ਦੀ ਕਰੋ ਘਰ ਸਰਵਿਸ, ਜਿੰਨਾ ਲੈਣਾ ਲੈ ਲਓ। ਇਹ ਤਾਂ ਕਹਿੰਦੇ ਨਸ਼ੇ ਖਤਮ ਕਰ ਦਾਂਗੇ, ਨਸ਼ੇ ਤੇ ਕਈ ਗੁਣਾ ਹਰ ਰੋਜ਼ ਵਧੀ ਤੁਰੇ ਜਾਂਦੇ, ਫੈਲੀ ਤੁਰੇ ਜਾਂਦੇ। ਉਸ ਲਈ ਗੁਰਦੀਪ ਉਹਦੀ ਹਾਲਾਤ ਇਹ ਬਣ ਗਏ ਆ ਪੰਜਾਬ ਦੇ ਅੰਦਰ ਕਿ ਜਿਹੜਾ ਨਸ਼ਾ ਤੇ ਲੱਗ ਗਿਆ ਬੱਚਾ ਉਹ ਤੇ ਗਿਆ ਹੀ, ਜਿਹੜੇ ਬਾਕੀ ਦੇ ਉਹ ਇੰਨੇ ਦੁਖੀ ਹੁੰਦੇ ਆ ਕਿ ਕਈ ਵਾਰੀ ਤੇ ਅਰਦਾਸ ਕਰਦੇ ਆ ਬਾਕੀ ਦੇ ਫੈਮਿਲੀ ਪਰਿਵਾਰਕ ਮੈਂਬਰ, ਹੇ ਪ੍ਰਮਾਤਮਾ ਜਾਂ ਤੇ ਇਹਨੂੰ ਠੀਕ ਕਰ ਦੇ ਜਾਂ ਇਹਨੂੰ ਚੁੱਕ ਲਾ, ਅਸੀਂ ਤੇ ਆਪਣੇ ਜਿਹੜੇ ਬਾਕੀ ਦੇ ਬੱਚੇ ਆ ਜਾਂ ਮਾਂ ਬਾਪ ਆ, ਭੈਣ ਭਰਾ, ਉਹ ਤੇ ਸੁੱਖ ਦਾ ਸਾਹ ਲੈ ਲੈਣ। ਇਹ ਇੱਕ ਨਵਾਂ ਮੈਂ ਫਨੋਮਨਾ ਪਿਛਲੇ ਕੁਝ ਮਹੀਨਿਆਂ ਦਾ ਦੇਖ ਰਿਹਾ ਕਿ ਜਿਹੜੇ ਨਸ਼ੇੜੀ ਬੱਚੇ ਆ, ਜਦੋਂ ਉਹਨਾਂ ਦੀਆਂ ਪੂਰਾ ਪੈਸਾ ਧੇਲਾ ਨਹੀਂ ਮਿਲਦਾ, ਜਾਂ ਕੋਈ ਉਹਨਾਂ ਨੂੰ ਨਸ਼ਾ ਜਿਹੜੇ ਗਾਂਹ ਦੇਣ ਵਾਲੇ ਆ, ਉਹ ਕਹਿੰਦੇ ਕਿ ਸਾਨੂੰ ਤੇ ਪੈਸਾ ਚਾਹੀਦਾ, ਤੇ ਉਹੀ ਸ਼ਾਇਦ ਸਲਾਹ ਦੇਣ ਲੱਗੇ ਕਿ ਮਾਰ ਲਾ, ਤੇਰੀ ਪ੍ਰਾਪਰਟੀ ਸਾਰੀ ਹੈ, ਤਾਂ ਕਿ ਪ੍ਰਾਪਰਟੀ ਉਹੀ ਬੰਦੇ ਬਾਅਦ 'ਚ ਖਰੀਦ ਲੈਣ ਜਿਹੜੇ ਨਸ਼ਾ ਦੇ ਰਹੇ ਆ। ਇਸ ਕਿਸਮ ਦਾ ਮੈਨੂੰ ਟ੍ਰੈਂਡ ਲੱਗਦਾ, ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਕਿੰਨਾ ਸੋਹਣਾ ਯੰਗ ਮੁੰਡਾ ਆ, ਯੋਧਾ ਉਹਦਾ ਨਾਂ, ਪੂਰਾ ਨਾਂ ਮੈਂ ਭੁੱਲ ਗਿਆ, ਛੋਟਾ ਜਿਹਾ ਮੁੰਡਾ, ਅਖਬਾਰ ਦੇਖਿਆ ਫੋਟੋ, ਉਹਦੀ ਮਾਂ ਮਾਰ ਤੇ ਦਿੱਤਾ ਹੀ, ਟੁਕੜੇ ਕਰਕੇ ਆਪਣੀ ਮਾਂ ਨੂੰ ਘਰ ਦੇ ਅੰਦਰ ਹੀ ਫੂਕਤਾ। ਤੇ ਗੁਆਂਢੀਆਂ ਨੂੰ ਜਦੋਂ ਬੋ ਗਈ ਹੈ ਤਾਂ ਉਹਨਾਂ ਨੇ ਜਾ ਕੇ ਕੰਪਲੇਂਟ ਕੀਤੀ, ਬੰਦੇ ਆਏ, ਉਹਦੇ ਨਾਲ ਲੋਕ ਇਕੱਠੇ ਹੋ ਕੇ, ਪੁਲਿਸ ਆਈ ਜਾਂ ਕਿੱਦਾਂ, ਪਹਿਲਾਂ ਬੰਦੇ ਆਏ, ਉਹਨਾਂ ਨੇ ਦੇਖਿਆ ਕਿ ਕੌਣ ਆਇਆ, ਪੁਲਿਸ ਤੇ ਬਾਅਦ ਚ ਆਈ ਹੈ, ਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਮੁੰਡਾ ਤੇ 2 ਦੇ ਨਾਲ ਹੋਰ ਇਹ ਕੰਮ ਕੀਤਾ। ਉਹ ਮੁੰਡੇ ਨੂੰ ਮਾਰ ਮੂਰ ਕੇ ਪਤਾ ਨਹੀਂ ਕਿਸੇ ਨਹਿਰ 'ਚ ਤੇ ਕਿੱਥੇ ਸੁੱਟ ਆਏ। ਜੋ ਵੀ ਹੈ ਸਾਰਾ ਇਹ ਤੇ ਜਾਣੀ ਹੁਣ ਭਰਾ ਮਾਰ ਹੋਣ ਲੱਗ ਗਈ ਨਸ਼ਿਆਂ ਦੇ ਨਾਲ। ਪਹਿਲਾਂ ਤੇ ਆਪਾਂ ਇਹ ਸਿੰਪਲੀ ਇਹ ਸਮਝਦੇ ਸੀ ਕਿ ਇੰਨਾ ਕੁ ਸੰਕਟ ਹੈਗਾ ਕਿ ਬੱਚੇ ਸਾਡੇ ਤਬਾਹ ਹੋ ਰਹੇ ਆ ਤੇ ਮਾਂ-ਬਾਪ ਦੁਖੀ ਹੋ ਰਹੇ ਆ। ਹੁਣ ਤੇ ਉਹਨਾਂ ਨੂੰ ਮਰਨ ਮਰਾਉਣ ਦੀ ਵੀ ਗੱਲ ਆ ਗਈ। ਇਹ ਤੇ ਅਤੀ ਹੋ ਗਈ ਹੈ। ਸਰਕਾਰ ਨੂੰ ਕਿਸੇ ਵੀ ਤਰੀਕੇ ਨਾਲ, ਯੋਜਨਾਬੰਦ ਤਰੀਕੇ ਨਾਲ, ਬੜੀ ਸ਼ਿੱਦਤ ਦੇ ਨਾਲ, ਮੈਂ ਬਾਰ-ਬਾਰ ਕਹਿਣਾ, ਰੋਜ਼ ਹੀ ਕਹਿਣਾ, ਆਪਾਂ ਹਰ ਇਹਦੇ 'ਚ ਤਕਰੀਬਨ ਐਪੀਸੋਡ 'ਚ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਰੂਪ 'ਚ ਕਹਿੰਦੇ ਆ ਕਿ ਜਦ ਤੱਕ ਅਸੀਂ ਇਸ ਨੂੰ ਸੀਰੀਅਸਲੀ ਨਹੀਂ ਲਵਾਂਗੇ, ਲੋਕਾਂ ਨੂੰ, ਪੰਚਾਇਤਾਂ ਨੂੰ, ਮੁਹੱਲਿਆਂ ਨੂੰ, NGO ਨੂੰ ਨਾਲ ਲੈ ਕੇ ਨਹੀਂ ਕੋਸ਼ਿਸ਼ ਕਰਾਂਗੇ, ਆਪਾਂ ਕਾਮਯਾਬ ਨਹੀਂ ਹੋ ਸਕਦੇ। ਇਸ ਲਈ ਸਾਡੀ ਤੇ ਇੱਕ ਗੁਜ਼ਾਰਿਸ਼ ਆ, ਅਪੀਲ ਆ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਨੂੰ, ਭਾਈ ਜੇ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਘੱਟੋ ਘੱਟ ਕੁਝ ਕੰਕਰੀਟ ਸਟੈਪ ਆਉਣ ਵਾਲੇ 2-4 ਸਾਲਾਂ 'ਚ ਕੀ ਹੋਣਗੇ, ਪਹਿਲੇ ਸਾਲ 'ਚ ਕੀ ਹੋਊ, ਦੂਜੇ ਸਾਲ 'ਚ ਕੀ ਹੋਊ, ਤੁਹਾਡੀ ਕੀ ਪਲਾਨਿੰਗ ਆ ਨਸ਼ਿਆਂ ਨੂੰ ਪੰਜਾਬ 'ਚੋਂ ਖਤਮ ਕਰਨ ਦੀ, ਉਹ ਲੋਕਾਂ ਸਾਹਮਣੇ ਰੱਖੋ ਤਾਂ ਕਿ ਸਾਰੇ ਲੋਕ ਤੁਹਾਡੀ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਸਕਣ। ਜੀ, ਇਹ ਸਨ ਅੱਜ ਦੇ ਅਹਿਮ ਮੁੱਦੇ, ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਨਵੇਂ ਮੁੱਦੇ ਲੈ ਕੇ ਆਵਾਂਗੇ। ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।